ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੁਹਰਾ ਆਏ ਪਿਤਾ ਕੇ ਢਿਗ ਥਿਰੇ, ਸ਼੍ਰੀ ਗੋਬਿੰਦ ਸਿੰਘ ਰਾਏ। ਚਲਨ ਸੁਨਿਓ ਪੰਜਾਬ ਕੋ, ਬੋਲੇ ਆਨੰਦ ਵਧਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਬਿਰਾਜਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰਾਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਇਸ ਵੇਲੇ ਆਪਾਂ ਸਤਿਗੁਰਾਂ ਦੇ ਇਤਿਹਾਸ ਦੀ ਕਥਾ ਗੁਰੂ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ, ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ, ਜੋ ਪਟਨਾ ਸਾਹਿਬ ਦੀ ਧਰਤੀ 'ਤੇ ਸਾਨੂੰ ਪ੍ਰਾਪਤ ਹੋ ਰਿਹਾ, ਤੇ ਇਸ ਨੂੰ ਸਰਵਨ ਕਰਨ ਵਾਸਤੇ ਇਕੱਤਰਤ ਹੋਏ ਹਾਂ। ਕੱਲ੍ਹ ਦੇ ਦੀਵਾਨ ਵਿੱਚ ਬਚਨ ਸਰਵਨ ਕੀਤੇ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਾਡੇ ਸਤਿਕਾਰਯੋਗ ਮਾਤਾ ਜੀ, ਮਾਤਾ ਗੁਜਰੀ ਜੀਆਂ ਨੂੰ ਇਹ ਬਚਨ ਸਮਝਾਇਆ ਹੈ ਕਿ ਸਰੀਰ ਦਾ ਮੋਹ ਕਰਨਾ ਮਿਥਿਆ ਹੈ, ਕਿਉਂਕਿ ਸਰੀਰ ਨਾਸਵੰਤ ਹੈ, ਇਹਨੇ ਅੱਜ ਨਹੀਂ ਤੇ ਕੱਲ੍ਹ ਮੁੱਕ ਜਾਣਾ ਹੈ। ਇਸ ਪ੍ਰਸੰਗ ਨੂੰ ਆਪਾਂ ਬੜੇ ਵਿਸਥਾਰ ਦੇ ਨਾਲ ਸਰਵਣ ਕੀਤਾ ਸੀ। ਅੱਜ ਜਿਵੇਂ ਅੱਗੇ ਮਹਾਰਾਜ ਕਿਰਪਾ ਕਰ ਰਹੇ ਨੇ, ਆਓ ਸਰਵਣ ਕਰੀਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੁਹਰਾ ਆਏ ਪਿਤਾ ਕੇ ਢਿਗ ਥਿਰੇ, ਸ਼੍ਰੀ ਗੋਬਿੰਦ ਸਿੰਘ ਰਾਏ। ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜਿਨ੍ਹਾਂ ਦਾ ਬਚਪਨ ਦਾ ਨਾਮ ਧੰਨ ਸ੍ਰੀ ਗੋਬਿੰਦ ਰਾਏ ਹੈ, ਆ ਕੇ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲ ਟਿਕੇ ਹਨ। ਚਲਨ ਸੁਨਿਓ ਪੰਜਾਬ ਕੋ, ਬੋਲੇ ਆਨੰਦ ਵਧਾਏ। ਜਦੋਂ ਗੋਬਿੰਦ ਰਾਏ ਜੀਆਂ ਨੂੰ ਪਤਾ ਲੱਗਾ ਨਾ ਵੀ ਸਾਡੇ ਪਿਤਾ ਜੀ ਪੰਜਾਬ ਚੱਲਣ ਦੀ ਗੱਲ ਕਰਦੇ ਪਏ, ਤੇ ਪਿੱਛੇ ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤੇ ਨੇ, ਸਤਿਗੁਰੂ ਤੇ ਪਹਿਲਾਂ ਤੋਂ ਹੀ ਕਹਿ ਰਹੇ ਸਨ ਆਪਣੀ ਦਾਦੀ ਮਾਂ ਨੂੰ ਕਿ ਮਾਤਾ ਜੀ ਚੱਲੀਏ ਪੰਜਾਬ। ਹੁਣ ਜਦੋਂ ਇਹ ਖਬਰ ਮਿਲੀ ਹੈ ਵੀ ਪਿਤਾ ਜੀ ਤਿਆਰ ਹੋਏ, ਤੇ ਬੜਾ ਮਨ ਦੇ ਵਿੱਚ ਆਨੰਦ ਵਧਿਆ। ਬੜੇ ਆਨੰਦਿਤ ਹੋ ਕੇ, ਬੜੇ ਆਨੰਦ ਦੇ ਸਮੇਤ ਉਸ ਵੇਲੇ ਕਹਿਣ ਲੱਗੇ ਹਨ, ਚੌਪਈ ਆਪ ਪਿਤਾ ਜੀ ਕਰੋ ਪਯਨ। ਕੀ ਆਖਿਆ? ਕਹਿਣ ਲੱਗੇ ਪਿਤਾ ਜੀ ਤੁਸੀਂ ਆਪ ਚੱਲੇ ਹੋ ਪੰਜਾਬ ਨੂੰ? ਪੁੱਛਦੇ ਹਨ, ਦੇਸ਼ ਪੰਜਾਬ ਸਦੂਰ ਮਹਾਨ। ਤੇ ਪੰਜਾਬ ਦੇਸ਼ ਤੇ ਬਹੁਤ ਦੂਰ ਹੈ, ਆਪਾਂ ਬੜੀ ਦੂਰ ਆ ਕੇ ਬੈਠੇ ਹਾਂ, ਇੱਥੋਂ ਪੰਜਾਬ ਬਹੁਤ ਦੂਰ ਹੈ। ਬਾਸ ਹਮਾਰੇ ਬੜਨ ਵਡੇਰੇ, ਕਿਉਂਕਿ ਸਾਡੇ ਵੱਡੇ ਵਡੇਰਿਆਂ ਦਾ, ਧੰਨ ਗੁਰੂ ਨਾਨਕ ਸਾਹਿਬ ਜੀਆਂ ਦਾ, ਜਾਂ ਜਿੰਨੇ ਗੁਰੂ ਸਾਹਿਬਾਨ ਹੋਏ ਨੇ, ਜਾਂ ਸਾਡੇ ਜਿੰਨੇ ਖਾਨਦਾਨ ਦੇ ਸੋਢੀਆਂ ਦੀ ਕੁੱਲ ਵਾਲੇ ਨੇ, ਸਾਰਿਆਂ ਦਾ ਪੰਜਾਬ ਦੇ ਵਿੱਚ ਵਾਸਾ ਹੈ। ਤਿਤ ਹੀ ਸੁਨਿਓ ਮਹਾ ਸੁਖੇਰੇ। ਅਸੀਂ ਸੁਣਿਆ ਹੈ ਸੰਗਤਾਂ ਦੇ ਕੋਲੋਂ, ਜਾਂ ਜਿਹੜੇ ਗੁਰੂ ਘਰ ਦੇ ਪ੍ਰੇਮੀ ਸਿੱਖ ਨੇ ਉਹਨਾਂ ਕੋਲੋਂ ਸੁਣਿਆ ਵੀ ਪੰਜਾਬ ਦੇ ਵਿੱਚ ਬੜੇ ਸੁੱਖ ਨੇ ਉੱਥੇ ਰਹਿਣ ਦੇ, ਇਹ ਅਸੀਂ ਸੁਣਿਆ ਹੈ। ਹਮਕੋ ਸੰਗ ਚਲੋ ਲੈ ਆਵੇ। ਸਤਿਗੁਰੂ ਪਾਤਸ਼ਾਹ ਅਸੀਂ ਵੀ ਨਾਲ ਹੀ ਜਾਣਾ ਚਾਹੁੰਦੇ ਹਾਂ, ਕਿਉਂਕਿ ਉਹ ਤੇ ਪਹਿਲਾਂ ਹੀ ਕਹਿੰਦੇ ਪਏ ਸਨ ਆਪਣੀ ਦਾਦੀ ਮਾਂ ਨੂੰ ਵੀ ਕਦੋਂ ਪੰਜਾਬ ਜਾਣਾ। ਹੁਣ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਚੱਲੇ ਨੇ, ਤੇ ਗੋਬਿੰਦ ਰਾਏ ਜੀ ਕਹਿਣ ਲੱਗੇ ਪਿਤਾ ਜੀ ਆਪਣੇ ਵੱਡੇ ਵਡੇਰੇ ਤੇ ਪੰਜਾਬ ਦੇ ਵਿੱਚ ਹੀ ਰਹਿੰਦੇ ਨੇ ਨਾ, ਤੇ ਸਾਡਾ ਵੀ ਜਾਣ ਨੂੰ ਮਨ ਕਰਦਾ, ਸਾਨੂੰ ਨਾਲ ਹੀ ਲੈ ਚਲੋ ਆਪਣੇ, ਅਸੀਂ ਵੀ ਤੁਹਾਡੇ ਨਾਲ ਜਾਣਾ ਹੈ। ਚਾਹਤ ਦੇਸ਼ ਬਿਲੋਕਿਓ ਸਭੈ। ਅਸੀਂ ਆਪਣਾ ਦੇਸ਼, ਆਪਣੀ ਧਰਤੀ, ਆਪਣਾ ਇਲਾਕਾ, ਆਪਣੇ ਵੱਡੇ ਵਡੇਰਿਆਂ ਦੀ ਜਗ੍ਹਾ ਵੇਖਣੀ ਚਾਹੁੰਦੇ ਹਾਂ। ਆਪਣੇ ਨਗਰ ਨਿਕੇਤ ਉਸਾਰੇ। ਸੋ ਆਪਣੇ ਨਗਰ, ਆਪਣਾ ਨਗਰ, ਆਪਣਾ ਪਿੰਡ, ਜਿਸ ਨੂੰ ਆਨੰਦਪੁਰ ਸਾਹਿਬ ਆਖਿਆ ਜਾਂਦਾ, ਉੱਥੇ ਬੜੇ ਸੋਹਣੇ ਘਰ ਬਣੇ ਹੋਏ। ਮੈਨੂੰ ਸੰਗਤਾਂ ਨੇ ਇਹ ਗੱਲ ਦੱਸੀ ਹੈ ਕਿ ਪਿਤਾ ਜੀ ਤੁਸੀਂ ਆਨੰਦਪੁਰ ਸਾਹਿਬ ਦੇ ਵਿੱਚ ਬੜੇ ਸੋਹਣੇ ਜਿਹੜੇ ਘਰ ਨੇ ਬਣਾਏ ਨੇ, ਉਹ ਸਾਰੇ ਹਨ। ਤਹਾਂ ਬਸਾਂਗੇ ਸਦਾ ਸੁਖਾਰੇ। ਤੇ ਫਿਰ ਸਾਨੂੰ ਨਾਲ ਲੈ ਚੱਲੋ, ਆਪਾਂ ਸਾਰੇ ਜਾਣੇ ਆਨੰਦਪੁਰ ਸਾਹਿਬ ਦੇ ਵਿੱਚ ਵਸਾਂਗੇ, ਰਵਾਂਗੇ ਤੇ ਆਨੰਦ ਪ੍ਰਾਪਤ ਕਰਾਂਗੇ। ਇਹ ਬਚਨ ਜਿਹੜੇ ਨੇ ਗੋਬਿੰਦ ਰਾਏ ਜੀਆਂ ਨੇ ਆਖੇ ਹਨ। ਨਹਿ ਇਸ ਦੇਸ਼ ਰਹਿਣ ਹਮ ਭਾਵੈ। ਇਸ ਦੇਸ਼ ਦੇ ਵਿੱਚ ਰਹਿਣਾ ਮੈਨੂੰ ਨਹੀਂ ਚੰਗਾ ਲੱਗਦਾ, ਮੈਨੂੰ ਨਹੀਂ ਭਾਉਂਦਾ ਇਸ ਦੇਸ਼ ਦੇ ਵਿੱਚ ਰਹਿਣਾ।
ਮਾਤਾ ਨਾਨਕੀ ਜੀ ਕਹਿ ਰਹੇ ਸਨ ਵੀ ਆਪਾਂ ਪਟਨੇ ਸਾਹਿਬ ਦੇ ਵਿੱਚ ਆ ਗਏ ਹਾਂ, ਬੜਾ ਚੰਗਾ ਹੋਇਆ। ਕਾਰਨ ਇਹ ਹੈ ਵੀ ਇੱਥੇ ਸਾਡਾ ਸ਼ਰੀਕਾ ਨਹੀਂ ਹੈ, ਕੋਈ ਵੈਰ ਕਰਨ ਵਾਲਾ, ਕੋਈ ਦਵੈਸ਼ ਕਰਨ ਵਾਲਾ ਨਹੀਂ। ਆਪਾਂ ਇੱਥੇ ਆਏ ਹਾਂ, ਚੰਗੀ ਗੱਲ ਹੈ। ਪਰ ਗੋਬਿੰਦ ਰਾਏ ਜੀ ਆਪਣੇ ਪਿਤਾ ਨੂੰ ਕਹਿ ਰਹੇ, ਕਹਿੰਦੇ ਸਾਡਾ ਜੀ ਕਰਦਾ ਪੰਜਾਬ ਜਾਣ ਨੂੰ, ਜੇ ਆਪ ਜੀ ਹੁਕਮ ਕਰੋ ਤੇ ਪੰਜਾਬ ਨੂੰ ਚੱਲਣਾ ਕਰੀਏ। ਤਿਤ ਹੀ ਤੁਮਰੇ ਸੰਗ ਸਿੰਧਾਵੈ। ਤੇ ਪਿਤਾ ਜੀ ਤੁਹਾਡਾ ਹੁਕਮ ਹੋਣਾ ਚਾਹੀਦਾ। ਅਸੀਂ ਹੁਣੇ ਪਟਨਾ ਸਾਹਿਬ ਤੋਂ ਤੁਹਾਡੇ ਨਾਲ ਜਾਣ ਵਾਸਤੇ ਤਿਆਰ ਹਾਂ, ਜੇ ਆਪ ਜੀ ਕਿਰਪਾ ਕਰੋ ਤੇ ਨਾਲ ਲੈ ਕੇ ਚੱਲਣਾ ਕਰੋ। ਸੁਨ ਸ਼੍ਰੀ ਤੇਗ ਬਹਾਦਰ ਭਾਖਾ। ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਨੇ ਸੁਣੇ ਨਾ ਬਚਨ ਗੋਬਿੰਦ ਰਾਏ ਜੀਆਂ ਦੇ, ਤੇ ਸਤਿਗੁਰੂ ਆਪਣੇ ਪੁੱਤਰ ਦੀ ਗੱਲ ਸੁਣ ਕੇ ਹੁਣ ਜਵਾਬ ਦੇਣ ਲੱਗੇ। ਇਸ ਤਰ੍ਹਾਂ ਆਖਦੇ ਹਨ, ਕਰੈ ਭਲੇ ਪੂਰਨ ਅਭਿਲਾਖਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਪੁੱਤਰ ਤੇਰੀ ਇਹ ਵੀ ਇੱਛਾ ਪੂਰੀ ਕਰਾਂਗੇ। ਪੰਜਾਬ ਜਾਣ ਦੀ ਜੋ ਤੇਰੀ ਇੱਛਾ ਹੈ ਨਾ, ਤੇਰਾ ਮਨ ਕਰਦਾ ਪੰਜਾਬ ਚੱਲੀਏ, ਵੱਡਿਆਂ ਵਡੇਰਿਆਂ ਦੇ ਸਥਾਨ ਤੇ ਚੱਲੀਏ, ਇਹ ਜੋ ਤੇਰੇ ਮਨ ਦੀ ਇੱਛਾ ਹੈ ਇਹ ਵੀ ਪੂਰੀ ਕਰਾਂਗੇ। ਇਹ ਤੇਰੇ ਮਨ ਦਾ ਮਨੋਰਥ ਪੂਰਾ ਕਰਾਂਗੇ। ਤਿਤ ਹੀ ਹੋਏ ਹੈ ਵਸਨ ਤੁਹਾਰੋ। ਅਸੀਂ ਵੀ ਪੰਜਾਬ ਜਾਣਾ ਹੈ ਤੇ ਤੁਸੀਂ ਵੀ ਪੰਜਾਬ ਦੇ ਵਿੱਚ ਹੀ ਵਾਸਾ ਕਰਨਾ ਹੈ। ਤੁਹਾਡਾ ਵਾਸਾ ਵੀ ਪੰਜਾਬ ਦੇ ਵਿੱਚ ਹੀ ਹੋਣਾ ਹੈ। ਥੋੜ੍ਹੇ ਸਮੇਂ ਦੀ ਗੱਲ ਹੈ, ਤੁਹਾਨੂੰ ਵੀ ਪੰਜਾਬ ਵਿਖਾਵਾਂਗੇ, ਤੁਹਾਡੇ ਮਨ ਦੀ ਇੱਛਾ ਪੂਰੀ ਕਰਾਂਗੇ। ਨਿਜ ਪ੍ਰਭਾਵ ਕੋ ਤਹਾਂ ਬਿਥਾਰੋ। ਅਤੇ ਇਸੇ ਤਰ੍ਹਾਂ ਤੁਹਾਡਾ ਜਿਹੜਾ ਪ੍ਰਭਾਵ ਹੈ ਨਾ, ਤੇਜ ਪ੍ਰਤਾਪ, ਇਹ ਪੰਜਾਬ ਦੀ ਧਰਤੀ ਤੇ ਬੜਾ ਫੈਲੇਗਾ। ਤੁਹਾਡਾ ਤੇਜ ਪ੍ਰਤਾਪ ਦੁਨੀਆ ਮੰਨੇਗੀ, ਤੁਹਾਡੇ ਪ੍ਰਤਾਪ ਨੂੰ ਪੰਜਾਬ ਦੇ ਲੋਕ ਮੰਨਣਗੇ। ਇਸ ਕਰਕੇ ਤੁਹਾਨੂੰ ਨਾਲ ਲੈ ਕੇ ਚੱਲਾਂਗੇ। ਸਕਲ ਸਮਾਜ ਵਿਭੂਤ ਵਿਸਾਲਾ। ਅਤੇ ਪੰਜਾਬ ਦੀ ਧਰਤੀ ਤੇ ਤੁਹਾਡੇ ਕੋਲ ਬੇਅੰਤ ਸਾਜੋ ਸਮਾਨ ਹੋਵੇਗਾ। ਧਨ ਸਮੱਗਰੀ ਤੇ ਪਦਾਰਥਾਂ ਦੀ ਕਮੀ ਕੋਈ ਨਹੀਂ ਹੋਵੇਗੀ। ਬੇਅੰਤ ਪਦਾਰਥਾਂ ਦੇ ਤੁਸੀਂ ਮਾਲਕ ਬਣਨਾ ਹੈ। ਕਰੋ ਆਪਣੋ ਭਲੋ ਉਜਾਲਾ। ਅਤੇ ਫਿਰ ਤੁਹਾਡਾ ਉੱਥੇ ਭਲਾ ਹੋਣਾ ਹੈ, ਤੁਸੀਂ ਉੱਥੇ ਉਜਲ ਪ੍ਰਕਾਸ਼ਮਾਨ ਹੋਣਾ ਹੈ। ਤਉ ਸੁਨੋ ਜਬ ਸਮਾਂ ਸੋ ਆਵੇ। ਪਰ ਇਹ ਤੇ ਬਚਨ ਨੇ ਵੀ ਤੁਹਾਨੂੰ ਇਹ ਸਭ ਕੁਝ ਪੰਜਾਬ ਦੇ ਵਿੱਚ ਮਿਲੇਗਾ। ਪਰ ਇੱਕ ਇਹਦੇ ਵਿੱਚ ਬਚਨ ਹੈ, ਉਹ ਬਚਨ ਇਹ ਹੈ, ਸਤਿਗੁਰੂ ਕਹਿਣ ਲੱਗੇ ਹਾਲੇ ਸਮਾਂ ਨਹੀਂ ਆਇਆ ਪੁੱਤਰ ਜੀ ਪੰਜਾਬ ਜਾਣ ਦਾ ਤੁਹਾਡੇ ਵਾਸਤੇ। ਅਸੀਂ ਪੰਜਾਬ ਚੱਲੇ ਹਾਂ, ਤੁਹਾਨੂੰ ਵੀ ਪੰਜਾਬ ਪ੍ਰਾਪਤ ਹੋਵੇਗਾ, ਤੁਹਾਨੂੰ ਵੀ ਉੱਥੇ ਧਨ ਪਦਾਰਥ ਬੇਅੰਤ ਮਿਲੇਗਾ, ਪਰ ਹਾਲੇ ਸਮਾਂ ਨਹੀਂ ਹੈ। ਸਮੇਂ ਦੀ ਵਿਚਾਰ ਕਰਨੀ ਪੈਣੀ ਹੈ। ਤਬ ਹੀ ਕਰਵੋ ਸਭ ਕੋ ਭਾਵੈ। ਜਦੋਂ ਸਮਾਂ ਆਉਂਦਾ ਹੈ ਨਾ, ਉਦੋਂ ਕਰਨਾ ਚੰਗਾ ਲੱਗਦਾ। ਕੰਮ ਕੋਈ ਵੀ ਹੈ ਉਹ ਸਮੇਂ ਦੇ ਮੁਤਾਬਕ ਚੰਗਾ ਲੱਗਦਾ। ਇਸ ਕਰਕੇ ਜਦੋਂ ਸਮਾਂ ਆਵੇਗਾ ਉਦੋਂ ਉਹ ਕੰਮ ਹੋਣਾ ਹੈ, ਹਾਲੇ ਸਮਾਂ ਨਹੀਂ ਹੈ। ਮਗ ਮੈਂ ਚਲਨ ਵਿਖਾਦ ਵਡੇਰਾ। ਅਜੇ ਰਸਤੇ ਵਿੱਚ ਚੱਲਣਾ ਬੜਾ ਔਖਾ ਹੈ। ਅੱਜ ਆਪਣੇ ਕੋਲ ਸਾਧਨ ਨਹੀਂ ਆਉਣ ਜਾਣ ਵਾਸਤੇ, ਫਿਰ ਵੀ ਪਟਨਾ ਸਾਹਿਬ ਜਾਣਾ ਹੋਵੇ ਤੇ ਬੜਾ ਲੰਮਾ ਸਮਾਂ ਲੱਗ ਜਾਂਦਾ, ਥੱਕ ਜਾਈਦਾ। ਉਹਨਾਂ ਸਮਿਆਂ ਦੇ ਵਿੱਚ ਲੋਕ ਜਾਂ ਤੇ ਪੈਦਲ ਜਾਂਦੇ ਜਾਂ ਗੱਡਾ, ਉਸ ਵੇਲੇ ਦੀ ਸਵਾਰੀ ਗੱਡੇ ਤੇ ਚੜ੍ਹ ਕੇ ਜਾਂਦੇ। ਸਤਿਗੁਰੂ ਉਹ ਬਚਨ ਇੱਥੇ ਕਹਿ ਰਹੇ ਨੇ, ਕਹਿੰਦੇ ਰਸਤੇ ਤੇ ਜਾਣਾ ਹਾਲੇ ਬੜਾ ਔਖਾ ਹੈ। ਪਟਨਾ ਸਾਹਿਬ ਤੋਂ ਪੰਜਾਬ ਬਹੁਤ ਦੂਰ ਹੈ। ਜੇ ਹੁਣ ਚੱਲਦੇ ਹਾਂ ਤੇ ਔਖੀਆਂ ਘੜੀਆਂ, ਔਖਾ ਸਮਾਂ, ਕਠਿਨਾਈਆਂ ਵੇਖਣੀਆਂ ਪੈਣੀਆਂ ਹਨ। ਸ਼ਰਮ ਆਦਿਕ ਤੇ ਸਭਨ ਕਨੇਰਾ। ਕਿਉਂਕਿ ਲੰਮਾ ਸਫ਼ਰ ਤੈਅ ਕਰਦਿਆਂ ਕਈ ਤਰ੍ਹਾਂ ਦੀ ਥਕਾਵਟ ਵਗੈਰਾ ਹੋ ਜਾਂਦੀ ਹੈ। ਖਾਨ ਪਾਨ ਬਿਨ ਸਮੈ ਸੋ ਹੋਤ। ਸੋ ਕਿਉਂ ਰਸਤੇ ਵਿੱਚ ਖਾਣ ਪੀਣ ਦਾ ਟਾਈਮ ਨਹੀਂ ਰਹਿੰਦਾ। ਘਰ ਦੇ ਵਿੱਚ ਬੈਠਿਆਂ ਤੇ ਟਾਈਮ ਹੈ ਵੀ ਇਸ ਵੇਲੇ ਭੋਜਨ ਛਕਣਾ, ਇਸ ਵੇਲੇ ਆਹ ਕੰਮ ਕਰਨਾ। ਜਦੋਂ ਸਫ਼ਰ 'ਤੇ ਚੱਲ ਪਏ ਫਿਰ ਨਾ ਭੋਜਨ ਛਕਣ ਦਾ ਟਾਈਮ ਹੈ, ਨਾ ਪਦਾਰਥ ਖਾਣ ਦਾ, ਨਾ ਬੈਠਣ ਦਾ, ਨਾ ਉੱਠਣ ਦਾ, ਨਾ ਆਰਾਮ ਕਰਨ ਦਾ, ਕੋਈ ਸਮਾਂ ਨਹੀਂ ਰਹਿ ਜਾਂਦਾ ਹੈ। ਨਿਤ ਪ੍ਰਤ ਚਲਵੋ ਰਵੀ ਉਦੋਤ। ਤੇ ਰੋਜ਼ ਰੋਜ਼ ਚੱਲਣਾ ਚੜ੍ਹਦੇ ਸੂਰਜ ਵਾਂਗ। ਜਿਵੇਂ ਸੂਰਜ ਸਵੇਰੇ ਚੜ੍ਹਦਾ ਨਾ ਪੂਰਬ ਵਾਲੇ ਪਾਸਿਓਂ ਤੇ ਪশ্ਚਿਮ ਨੂੰ ਤੁਰਿਆ ਜਾਂਦਾ ਹੈ, ਇਸੇ ਤਰ੍ਹਾਂ ਜਿਹੜੇ ਰਾਹੀ ਨੇ ਉਹ ਵੀ ਰੋਜ਼ ਮੰਜ਼ਿਲ 'ਤੇ ਚੱਲਦੇ ਨੇ ਤੇ ਰੋਜ਼ ਸਫ਼ਰ ਤੈਅ ਕਰਦੇ। ਰੋਜ਼ ਦੀ ਥਕਾਵਟ, ਰੋਜ਼ ਦੇ ਸੰਕਟ ਸਹਿਣੇ ਪੈਂਦੇ। ਸੂਰਜ ਦੇ ਵਾਂਗ ਰੋਜ਼ ਸਫ਼ਰ ਕਰਨਾ ਪੈਂਦਾ ਹੈ। ਲਗ ਸਰੀਰ ਇਸ ਨਾਇਕ ਨਹੀਂ। ਸੋ ਤੁਹਾਡਾ ਸਰੀਰ ਹਾਲੇ ਛੋਟਾ ਹੈ, ਤੁਸੀਂ ਹਾਲੇ ਬਚਪਨ ਦੇ ਵਿੱਚ ਹੋ, ਤੁਹਾਡਾ ਸਰੀਰ ਬਹੁਤਾ ਤਗੜਾ ਨਹੀਂ ਹੈ, ਤੁਸੀਂ ਇੰਨਾ ਸੰਕਟ ਸਹਿ ਨਹੀਂ ਸਕਦੇ, ਸਫ਼ਰ ਦੀ ਥਕਾਵਟ ਤੁਸੀਂ ਸਹਿ ਨਹੀਂ ਸਕਦੇ। ਇਸ ਕਰਕੇ ਤੁਹਾਡਾ ਜਾਣਾ ਹਾਲੇ ਠੀਕ ਨਹੀਂ ਹੈ। ਖੇਲੋ ਹੋ ਮਿਲੋ ਬਾਲਕਨ ਮਾਹੀ। ਅਤੇ ਇੱਥੇ ਤੁਸੀਂ ਰਹੋ ਪਟਨਾ ਸਾਹਿਬ ਦੇ ਵਿੱਚ, ਬੱਚਿਆਂ ਦੇ ਨਾਲ ਖੇਡਾਂ ਕਰੋ, ਬੱਚਿਆਂ ਦੇ ਨਾਲ ਮੇਲ ਜੋਲ ਕਰੋ। ਤੁਹਾਡਾ ਹਾਲੇ ਇੱਥੇ ਰਹਿਣਾ ਠੀਕ ਹੈ, ਜਾਣਾ ਠੀਕ ਨਹੀਂ ਹੈ। ਮਨ ਭਾਵਤ ਕਰ ਖਾਨ ਰੂਪਾਨ। ਅਤੇ ਮਨ ਭਾਉਂਦੇ ਭੋਜਨ ਪ੍ਰਸ਼ਾਦੇ ਜਿਹੜੇ ਇੱਥੇ ਰਹਿ ਕੇ
ਜਾਂ ਪਦਾਰਥ ਜਿਹੜੇ ਨੇ ਮਨ ਭਾਉਂਦੇ ਆਪ ਜੀ ਛਕ ਨਾ ਕਰੋ। ਬ੍ਰਧੈ ਦੇਹ ਬਲ ਹੋਏ ਮਹਾਨ। ਤੇ ਫਿਰ ਤੁਹਾਡੀ ਦੇਹ ਵਧੇਗੀ, ਸਰੀਰ ਵਧੇਗਾ ਤੇ ਬਹੁਤਾ ਬਲ ਤੁਹਾਡੇ ਸਰੀਰ ਵਿੱਚ ਹੋਵੇਗਾ। ਜਬਹਿ ਸੰਭਾਲੋ ਸ਼ਰਮਹਿ ਸਹਾਰ। ਜਦੋਂ ਤੁਸੀਂ ਆਪਣੇ ਸਰੀਰ ਨੂੰ ਸਾਂਭਣ ਜੋਗੇ ਹੋ ਗਏ ਜਾਂ ਥਕਾਵਟ ਝੱਲਣ ਜੋਗੇ ਹੋ ਗਏ, ਜਦੋਂ ਤੁਸੀਂ ਇੰਨਾ ਸਰੀਰ ਤੁਹਾਡਾ ਮਜ਼ਬੂਤ ਹੋ ਜਾਏਗਾ, ਤਬ ਇਤ ਤੇ ਉਤਦੇਸ਼ ਪਧਾਰੋ। ਤੇ ਫਿਰ ਤੁਸੀਂ ਪਟਨਾ ਸਾਹਿਬ ਤੋਂ ਪੰਜਾਬ ਆਇਓ। ਪੰਜਾਬ ਜਾਣਾ ਤੁਹਾਡਾ ਜ਼ਰੂਰੀ ਹੈ। ਪੰਜਾਬ ਦੇ ਵਿੱਚ ਤੁਹਾਨੂੰ ਕਈ ਸੁੱਖ ਮਿਲਣੇ ਨੇ, ਪਰ ਹਾਲੇ ਸਮਾਂ ਨਹੀਂ, ਸਮਾਂ ਆਵੇਗਾ ਉਸ ਵੇਲੇ ਜਾਣਾ ਹੈ। ਹਮ ਗਮਨੈ ਨਿਜਪੁਰ ਆਨੰਦ। ਹੁਣ ਅਸੀਂ ਚੱਲੇ ਆ, ਜਿਹੜੀ ਤੁਹਾਨੂੰ ਖਬਰ ਮਿਲੀ ਹੈ ਨਾ ਪੰਜਾਬ ਜਾਣਾ, ਤੁਸੀਂ ਨਹੀਂ, ਅਸੀਂ ਚੱਲੇ ਆ, ਕਿਉਂਕਿ ਅਸੀਂ ਜਾ ਕੇ ਪਹਿਲਾਂ ਕਈ ਕੰਮ ਕਰਨੇ ਹਨ। ਕਰੈ ਬਸਾਵਨ ਭਲੇ ਬਿਲੰਦ। ਅਸੀਂ ਆਨੰਦਪੁਰ ਸਾਹਿਬ ਨੂੰ ਹੋਰ ਵਸਾਵਾਂਗੇ, ਉਹਦਾ ਹੋਰ ਫਲਾ ਕਰਾਂਗੇ, ਹੋਰ ਘਰ ਲਿਆ ਕੇ ਉੱਥੇ ਵਸਣਗੇ। ਇਹ ਸਾਰੇ ਕੰਮ ਅਸੀਂ ਕਰਨੇ ਹਨ। ਪਠੈ ਪੱਤਰ ਕਾ ਸਕਲ ਬ੍ਰਿਤੰਤ। ਤੇ ਫਿਰ ਅਸੀਂ ਤੁਹਾਨੂੰ ਚਿੱਠੀ ਭੇਜਾਂਗੇ, ਉੱਥੇ ਰਹਿ ਕੇ, ਉਥੋਂ ਦਾ ਮਾਹੌਲ ਵੇਖ ਕੇ, ਉਥੋਂ ਦਾ ਕੰਮਕਾਰ ਵੇਖ ਕੇ ਫਿਰ ਅਸੀਂ ਚਿੱਠੀ ਪਾਵਾਂਗੇ। ਜਦੋਂ ਸਾਡੀ ਚਿੱਠੀ ਆਵੇਗੀ ਫਿਰ ਉਸ ਵੇਲੇ ਤਬ ਸੁਧ ਜਾਨੋ ਸ਼੍ਰੇ ਮਤੰਤ। ਤੇ ਉਸੇ ਵੇਲੇ ਤੁਸੀਂ ਸਮਝਿਓ ਵੀ ਹੁਣ ਸ਼੍ਰੇ ਦੀ ਜਿਹੜਾ ਸੁਨੇਹਾ ਆ ਗਿਆ, ਵੀ ਸੁੱਖ ਦਾ ਸੁਨੇਹਾ ਆਇਆ, ਵੀ ਹੁਣ ਮੌਸਮ ਮਾਹੌਲ ਠੀਕ ਹੈ। ਜਦੋਂ ਚਿੱਠੀ ਪਾਵਾਂਗੇ ਫਿਰ ਤੁਸੀਂ ਆਉਣਾ ਹੈ। ਸੁਖ ਦਾ ਸਵਾਰੀ ਪ੍ਰਭ ਵੈ ਕੈ। ਤੇ ਫਿਰ ਉਸ ਵੇਲੇ ਸੁਖਦਾਇਕ ਜਿਹੜੀ ਸਵਾਰੀ ਹੈ, ਜੇ ਸਵਾਰੀ ਦੇ ਉੱਪਰ ਬੈਠ ਕੇ ਸੁੱਖ ਮਿਲੇ, ਨਜ਼ਾਰਾ ਮਿਲੇ, ਆਨੰਦ ਮਿਲੇ, ਐਸੀ ਸਵਾਰੀ ਤੇ ਬੈਠ ਕੇ ਆਵੋ ਤੇ ਦਿਸ਼ ਮੋਦ ਉਪੈ ਕੈ। ਤੇ ਉਸ ਵੇਲੇ ਫਿਰ ਖੁਸ਼ੀ ਦੇ ਨਾਲ ਸੋ ਪ੍ਰਸੰਨ ਹੋ ਕੇ ਫਿਰ ਸਾਡੇ ਕੋਲ ਆਇਓ ਪੰਜਾਬ ਦੀ ਧਰਤੀ ਤੇ। ਪਰ ਹਾਲੇ ਟਾਈਮ ਨਹੀਂ ਹੈ। ਸੁਨ ਕਰ ਬਹੁਰ ਪਿਤਾ ਸੰਗ ਭਾਖੈ। ਜਦੋਂ ਸਤਿਗੁਰਾਂ ਨੇ, ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ ਵੀ ਹਾਲੇ ਟਾਈਮ ਨਹੀਂ ਹੈ ਤੁਹਾਡੇ ਜਾਣ ਦਾ, ਇਹ ਗੱਲ ਸੁਣ ਕੇ ਗੋਬਿੰਦ ਰਾਏ ਜੀ ਫਿਰ ਆਪਣੇ ਪਿਤਾ ਨੂੰ ਕਹਿਣ ਲੱਗੇ ਹਨ, ਹਮ ਪ੍ਰਤੀਖਨਾ ਰਾਵਰ ਰਾਖੈ। ਸਤਿਗੁਰੂ ਪਾਤਸ਼ਾਹ ਜੀਓ, ਹਮ ਪ੍ਰਤੀਖਨਾ, ਅਸੀਂ ਤੁਹਾਡੀ ਉਡੀਕ ਕਰਾਂਗੇ। ਉਸੇ ਵੇਲੇ ਹੀ ਸਤ ਬਚਨ ਕਹਿ ਦਿੱਤਾ। ਆਮ ਬੱਚਿਆਂ ਦੇ ਵਾਂਗ ਜਿੱਦ ਨਹੀਂ ਕੀਤੀ ਵੀ ਨਹੀਂ ਨਹੀਂ ਮੈਂ ਤੇ ਨਾਲ ਹੀ ਜਾਵਾਂਗਾ। ਕਹਿਣ ਲੱਗੇ ਠੀਕ ਹੈ, ਜਿਵੇਂ ਤੁਹਾਨੂੰ ਚੰਗਾ ਲੱਗਦਾ, ਅਸੀਂ ਤੁਹਾਡੀ ਉਡੀਕ ਕਰਾਂਗੇ, ਤੁਹਾਡੀ ਚਿੱਠੀ ਦੀ, ਤੁਹਾਡੇ ਬੁਲਾਵੇ ਦੀ ਉਡੀਕ ਕਰਾਂਗੇ। ਜਦੋਂ ਤੁਸੀਂ ਬੁਲਾਵੋਗੇ ਉਸ ਵੇਲੇ ਆਵਾਂਗੇ। ਪਠੋ ਪੱਤਰ ਕਾ ਤੁਰਨ ਜਾਏ। ਪਰ ਪਿਤਾ ਜੀ ਚਿੱਠੀ ਛੇਤੀ ਪਾ ਦਿਓ ਜਾ ਕੇ, ਇਹ ਨਾ ਹੋਵੇ ਵੀ ਤੁਸੀਂ ਹੁਣ ਕਈ ਸਾਲ ਚਿੱਠੀ ਨਾ ਪਾਓ ਤੇ ਅਸੀਂ ਇੱਥੇ ਬੈਠੇ ਰਹੀਏ। ਅਸੀਂ ਤੁਹਾਡਾ ਇੰਤਜ਼ਾਰ ਕਰਾਂਗੇ ਤੁਹਾਡੇ ਬੁਲਾਵੇ ਦਾ, ਪਰ ਛੇਤੀ ਨਾਲ ਜਾ ਕੇ ਸਾਨੂੰ ਸੁਨੇਹਾ ਭੇਜਣਾ ਕਰੋ। ਤਬ ਇਸ ਪੁਰ ਤੇ ਚਲਵੋ ਭਾਏ। ਤੇ ਫਿਰ ਅਸੀਂ ਚੱਲਾਂਗੇ ਇੱਥੋਂ ਆਨੰਦਪੁਰ ਸਾਹਿਬ ਤੋਂ, ਵਾਹਿਗੁਰੂ ਜੀ ਪਟਨਾ ਸਾਹਿਬ ਤੋਂ ਫਿਰ ਅਸੀਂ ਚੱਲਾਂਗੇ। ਨਤ ਹਮ ਤੁਮਰੇ ਅਵੈ ਪਿਸ਼ਾਰੀ। ਤੇ ਨਹੀਂ ਤੇ ਮਹਾਰਾਜ ਫਿਰ ਤੁਹਾਡੇ ਪਿੱਛੇ ਹੋ ਕੇ ਹੋਣਾ। ਕਰ ਰੱਖਾਂਗੇ ਸਭ ਬਿਦ ਤਿਆਰੀ। ਅਸੀਂ ਤਿਆਰੀ ਕਰਕੇ ਰੱਖਾਂਗੇ। ਗੋਬਿੰਦ ਰਾਏ ਜੀ ਕਹਿ ਰਹੇ, ਪਿਤਾ ਜੀ ਅਸੀਂ ਪੂਰੀ ਤਿਆਰੀ ਕਰਕੇ ਰੱਖਾਂਗੇ। ਜਿੱਦਣ ਤੁਹਾਡੀ ਚਿੱਠੀ ਆ ਗਈ ਬਸ ਤੁਰ ਪੈਣਾ। ਤਿਆਰੀ ਕਰਨ ਦਾ ਫਿਰ ਟਾਈਮ ਥੋੜ੍ਹੀ ਮਿਲੇਗਾ, ਫਿਰ ਤੇ ਛੇਤੀ ਕਰਾਂਗੇ ਨਾ, ਚਾਅ ਬੜਾ ਪੰਜਾਬ ਜਾਣ ਦਾ। ਅਸੀਂ ਸਾਰੀ ਤਿਆਰੀ ਕਰਕੇ ਰੱਖਾਂਗੇ। ਚਲੇ ਆਏ ਬਿਨ ਪਾਤੀ ਭਿਖੈ। ਅਤੇ ਫਿਰ ਚਲੇ ਆਏ ਬਿਨ ਪਾਤੀ ਭਿਖੈ। ਜੇ ਤੁਸੀਂ ਸਾਨੂੰ ਨਾ ਚਿੱਠੀ ਭੇਜੀ ਤੇ ਫਿਰ ਅਸੀਂ ਬਿਨਾਂ ਚਿੱਠੀ ਤੋਂ ਵੀ ਆ ਜਾਣਾ ਹੈ, ਕਿਉਂਕਿ ਸਾਡਾ ਮਨ ਬਹੁਤਾ ਕਾਲਾ ਹੈ। ਦੇਸ਼ ਵਿਖਣ ਚਾਹਤ ਚਿਤ ਵਿਖੈ। ਕਿਉਂਕਿ ਸਾਡੇ ਮਨ ਦੇ ਵਿੱਚ ਆਪਣਾ ਦੇਸ਼ ਵੇਖਣ ਦੀ, ਪੰਜਾਬ ਵੇਖਣ ਦੀ ਬਹੁਤੀ ਇੱਛਾ ਹੈ। ਕਹਿਓ ਨਾ ਤੁਮਰੋ ਜਾਤ ਮਿਟਾਇਓ। ਸਤਿਗੁਰੂ ਪਾਤਸ਼ਾਹ ਨੂੰ ਕਹਿ ਰਹੇ ਨੇ ਗੋਬਿੰਦ ਰਾਏ ਜੀ, ਕਹਿਣ ਲੱਗੇ ਪਿਤਾ ਸਤਿਗੁਰੂ ਤੁਹਾਡਾ ਕਿਹਾ ਸਾਡੇ ਤੋਂ ਮੋੜਿਆ ਨਹੀਂ ਜਾਂਦਾ। ਵੈਸੇ ਤੇ ਸਾਡਾ ਮਨ ਹੁਣੇ ਹੀ ਕਰਦਾ ਸੀ ਵੀ ਹੁਣੇ ਹੀ ਤੁਹਾਡੇ ਨਾਲ ਪੰਜਾਬ ਚੱਲੀਏ, ਪਰ ਤੁਸੀਂ ਆਖਦੇ ਹੋ ਵੀ ਨਹੀਂ, ਇਸ ਕਰਕੇ ਤੁਹਾਡਾ ਬਚਨ ਨਹੀਂ ਅਸੀਂ ਮੋੜ ਸਕਦੇ। ਪਰ ਸਾਡਾ ਜਾਣਾ ਤੇ ਹੁਣੇ ਹੀ ਮਨ ਕਰਦਾ ਹੈ, ਪਰ ਅਸੀਂ ਤੁਹਾਡੇ ਬਚਨ ਕਰਕੇ ਰੁਕ ਗਏ ਹਾਂ। ਨਾਹਿਤ ਸਾਥ ਚਲਨ ਮਨ ਪਾਇਓ। ਸਤਿਗੁਰੂ ਪਾਤਸ਼ਾਹ ਸਾਡਾ ਤੇ ਮਨ ਕਰਦਾ ਸੀ ਵੀ ਤੁਹਾਡੇ ਨਾਲ ਹੁਣੇ ਹੀ ਚੱਲੀਏ, ਇਹ ਸਾਡਾ ਮਨ ਕਰਦਾ ਸੀ, ਪਰ ਹੁਣ ਤੁਹਾਡੇ ਕਹਿਣ ਕਰਕੇ ਅਸੀਂ ਰੁਕ ਗਏ ਹਾਂ। ਇਤਿਆਦਿਕ ਸੁਤ ਪਿਤ ਬਹੁ ਬਾਤ। ਕਵੀ ਸੰਤੋਖ ਸਿੰਘ ਜੀ ਕਹਿੰਦੇ ਇਹ ਪਿਤਾ ਤੇ ਪੁੱਤਰ ਦੇ ਵਿੱਚ ਸੰਵਾਦ ਹੋ ਰਿਹਾ, ਗੱਲਬਾਤ ਹੋ ਰਹੀ ਹੈ ਜਿਹੜੀ ਮੈਂ ਤੁਹਾਨੂੰ ਸੁਣਾਈ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਇਹ ਗੱਲਾਂ ਕਹੀਆਂ, ਉਹਨਾਂ ਗੱਲਾਂ ਦਾ ਜਵਾਬ ਗੋਬਿੰਦ ਰਾਏ ਜੀਆਂ ਨੇ ਫਿਰ ਇਸ ਤਰ੍ਹਾਂ ਦਿੱਤਾ ਜਿਵੇਂ ਆਪਾਂ ਸਰਵਣ ਕੀਤਾ। ਪਿਤਾ ਪੁੱਤਰ ਦੇ ਵਿੱਚ ਇਸ ਤਰ੍ਹਾਂ ਗੱਲਬਾਤ ਹੋਈ ਹੈ। ਕਰਤ ਭੈ ਗੁਪਤ ਜੋ ਬਖਿਆ। ਤੇ ਸਤਿਗੁਰੂ ਪਾਤਸ਼ਾਹ ਨੇ ਕੁਝ ਬਚਨ ਗੁਪਤ ਵੀ ਕੀਤੇ। ਆਉਣ ਵਾਲੇ ਸਮੇਂ ਦੇ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ ਆਪਣੇ ਪੁੱਤਰ ਗੋਬਿੰਦ ਰਾਏ ਜੀਆਂ ਦੇ ਨਾਲ ਕੁਝ ਗੁਪਤ ਗੱਲਾਂ ਜਿਹੜੀਆਂ ਦੁਨੀਆ ਨੂੰ ਨਹੀਂ ਦੱਸੀਆਂ ਜਾ ਸਕਦੀਆਂ ਉਹ ਵੀ ਕੀਤੀਆਂ।
ਤੇ ਕੁਝ ਦੁਨੀਆ ਨੂੰ ਦੱਸਣ ਵਾਲੀਆਂ ਉਹ ਵੀ ਗੱਲਾਂ ਆਪਣੇ ਪੁੱਤਰ ਨਾਲ ਸਾਂਝੀਆਂ ਕੀਤੀਆਂ ਹੁਣ ਹਨ। ਸਭ ਸੰਗਤ ਸੰਗ ਉਚਾਰਾ, ਫਿਰ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਆਖਿਆ ਹੈ, ਸਿਮਰਹੁ ਸਤਨਾਮ ਸੁਖ ਭਾਰਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਸੰਗਤ ਜੀ ਸੱਚੇ ਨਾਮ ਦਾ ਸਿਮਰਨ ਕਰੋ, ਭਾਰੀ ਸੁਖ ਪ੍ਰਾਪਤ ਹੋਵੇਗਾ। ਸੱਚਾ ਨਾਮ ਕੀ ਹੈ? ਪਰਮੇਸ਼ਰ ਦਾ ਵਾਹਿਗੁਰੂ। ਵਾਹਿਗੁਰੂ ਨਾਮ ਦਾ ਸਿਮਰਨ ਕਰੋ ਤੇ ਭਾਰੀ ਸੁਖ ਤੁਹਾਨੂੰ ਪ੍ਰਾਪਤ ਹੋਵੇਗਾ। ਬਾਲਕ ਗੁਰ ਜਬ ਲਓ ਤੁਮ ਪਾਸ, ਸੋ ਇਹ ਬਾਲਕ ਗੁਰੂ ਗੋਬਿੰਦ ਰਾਏ ਜੀ, ਜਿਨ੍ਹਾਂ ਦੀ ਉਮਰਾਂ ਛੋਟੀ ਹੈ, ਜਿੰਨਾ ਚਿਰ ਇਹ ਤੁਹਾਡੇ ਕੋਲ ਨੇ, ਜਿੰਨਾ ਚਿਰ ਤੁਸੀਂ ਇਹਨਾਂ ਨੂੰ ਆਪਣੇ ਕੋਲ ਰੱਖਿਆ ਹੈ, ਜਾਚੋ ਪੂਰਨ ਕੀਜੈ ਆਸ। ਜਿਹੜੀ ਚੀਜ਼ ਇਹਨਾਂ ਤੋਂ ਮੰਗੋਗੇ ਉਹ ਚੀਜ਼ਾਂ ਦੇ ਨਾਲ ਤੁਹਾਡੀਆਂ ਆਸਾਂ ਜਿਹੜੀਆਂ ਨੇ ਪੂਰੀਆਂ ਹੋਣਗੀਆਂ। ਜਦੋਂ ਕੋਈ ਵਸਤੂ ਮੰਗੋਗੇ ਤੁਹਾਡੀਆਂ ਆਸਾਂ ਪੂਰੀਆਂ ਹੋ ਜਾਣਗੀਆਂ। ਨਿਤ ਪ੍ਰਤ ਦਰਸੋ ਪਾਵਨ ਹੋਵੋ। ਇਸ ਕਰਕੇ ਗੋਬਿੰਦ ਰਾਏ ਜੀਆਂ ਦੇ ਰੋਜ਼ ਬਰ ਰੋਜ਼ ਤੁਸੀਂ ਦਰਸ਼ਨ ਕਰਨੇ ਨੇ। ਜਿਵੇਂ ਜਿਵੇਂ ਦਰਸ਼ਨ ਕਰੋਗੇ ਉਵੇਂ ਉਵੇਂ ਤੁਸੀਂ ਪਵਿੱਤਰ ਹੋ ਜਾਵੋਗੇ। ਵਿਗਨ ਅਨੇਕ ਰੀਤ ਕੇ ਖੋਵੋ, ਅਨੇਕ ਤਰ੍ਹਾਂ ਦੇ ਵਿਗਣ ਜਿਹੜੇ ਨੇ ਇਹਨਾਂ ਦੇ ਦਰਸ਼ਨ ਕਰਕੇ ਖਤਮ ਹੋਣਗੇ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਹਾਲੇ ਗੋਬਿੰਦ ਰਾਏ ਜੀ ਗੁਰਤਾ ਗੱਦੀ ਤੇ ਬੈਠੇ ਨਹੀਂ, ਪਰ ਉਹਨਾਂ ਦੇ ਦਰਸ਼ਨ ਕਿੰਨੇ ਲਾਭਦਾਇਕ ਨੇ, ਕੈਸੀਆਂ ਬਖਸ਼ਿਸ਼ਾਂ ਕਰ ਸਕਦੇ ਨੇ, ਕਿੰਨੇ ਸਮਰੱਥ ਨੇ। ਉਹਦੇ ਪ੍ਰਤੀ ਇਹ ਬਚਨ ਕੀਤੇ ਨੇ ਵੀ ਸਤਿਗੁਰਾਂ ਦੇ ਦਰਸ਼ਨ ਕਰੋਗੇ ਤੁਹਾਨੂੰ ਸੁਖ ਵੀ ਮਿਲੇਗਾ, ਪਦਾਰਥ ਵੀ ਮਿਲਣਗੇ। ਕੀਰਤ ਕਰੋ ਸੁਨੋ ਅਗ ਜੈ ਹੈ, ਤੇ ਸਤਿਗੁਰਾਂ ਦੀ ਕੀਰਤੀ ਕਰੋ। ਜਦੋਂ ਕੀਰਤੀ ਕਰੋਗੇ ਨਾ, ਵਡਿਆਈ ਕਰੋਗੇ, ਤੇ ਤੁਹਾਡੇ ਪਾਪ ਨਾਸ ਹੋ ਜਾਣਗੇ। ਅਸੀਂ ਬਾਣੀ ਪੜ੍ਹਦੇ ਹਾਂ ਨਾ, ਨਾਮ ਜਪਦੇ ਹਾਂ, ਸਿਮਰਨ ਕਰਦੇ ਹਾਂ, ਕਾਹਦੇ ਵਾਸਤੇ? ਕਿ ਸਾਡੇ ਪਾਪ ਸੜ ਜਾਣ, ਨਾਸ ਹੋ ਜਾਣ। ਪਰਮੇਸ਼ਰ ਦਾ ਨਾਮ ਪਾਪਾਂ ਨੂੰ ਨਾਸ ਕਰਨ ਵਾਲਾ ਹੈ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਇਹ ਬਚਨ ਹੈ ਗੁਰਬਾਣੀ ਦਾ। ਜਿਨ੍ਹਾਂ ਨੇ ਨਾਮ ਨੂੰ ਜਪਿਆ ਉਹਨਾਂ ਦੇ ਵਿਘਨ ਨਾਸ ਹੁੰਦੇ ਹਨ। ਵਸੈ ਨਾਮ ਔਰ ਮੁਕਤੀ ਹੋਵੇ ਹੈ। ਤੇ ਜਿਹਦੇ ਹਿਰਦੇ ਵਿੱਚ ਨਾਮ ਵਸ ਗਿਆ, ਨਾਮ ਵਸਾਉਣਾ ਔਖਾ ਹੈ, ਜਪਣਾ ਵੀ ਔਖਾ ਹੈ, ਪਰ ਜਪ ਤੇ ਆਪਾਂ ਫਿਰ ਵੀ ਲੈਂਦੇ ਆ ਕਿਸੇ ਨਾ ਕਿਸੇ ਬਹਾਨੇ ਦੇ ਨਾਲ। ਜਦੋਂ ਪ੍ਰਸ਼ਾਦ ਵਰਤਦਾ ਉਦੋਂ ਵੀ ਅਸੀਂ ਸਤਨਾਮ ਵਾਹਿਗੁਰੂ ਦਾ ਜਾਪ ਕਰ ਲੈਂਦੇ। ਜੇ ਇੱਕ ਦੂਜੇ ਨੂੰ ਮਿਲਦੇ ਆ ਫਿਰ ਵੀ ਫਤਿਹ ਬੁਲਾ ਕੇ ਵਾਹਿਗੁਰੂ ਮੰਤਰ ਦੀ ਸਾਂਝ ਕਰ ਲੈਂਦੇ, ਕਦੇ ਬੈਠ ਕੇ ਪਾਠ ਵੀ ਕਰ ਲੈਂਦੇ। ਨਾਮ ਜਪਣਾ, ਬਾਣੀ ਪੜ੍ਹਨੀ ਔਖੀ ਹੈ, ਪਰ ਕਦੇ ਕਦੇ ਪੜ੍ਹ ਲਈਦੀ ਹੈ, ਪਰ ਹਿਰਦੇ ਵਿੱਚ ਵਸਾਉਣੀ ਸਭ ਤੋਂ ਔਖੀ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜੇ ਨਾਮ ਤੁਹਾਡੇ ਹਿਰਦੇ ਵਿੱਚ ਵਸ ਗਿਆ ਨਾ ਤੇ ਫਿਰ ਮੁਕਤੀ ਪ੍ਰਾਪਤ ਹੋਵੇਗੀ, ਮੁਕਤ ਹੋ ਜਾਵੋਗੇ। ਜੇ ਤੱਕ ਸੇਵਾ ਹੋਏ ਘਰ ਗੁਰ ਕੀ, ਇਸ ਕਰਕੇ ਗੁਰੂ ਘਰ ਦੀ ਜਿੰਨੀ ਤੁਸੀਂ ਸੇਵਾ ਕਰ ਸਕਦੇ ਹੋ, ਜਿੰਨਾ ਕਿਸੇ ਕੋਲ ਟਾਈਮ ਹੈ, ਜਿੰਨਾ ਕਿਸੇ ਕੋਲ ਸਮਾਂ ਹੈ, ਕਰੋ ਕਾਮਨਾ ਪੂਰਨ ਔਰ ਤੇ ਕੀ। ਜਿਹੜਾ ਸੇਵਾ ਕਰੇਗਾ ਨਾ ਗੁਰੂ ਘਰ ਦੀ, ਉਹਦੀਆਂ ਮਨ ਦੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ। ਮਨ ਦੀਆਂ ਇੱਛਾਵਾਂ, ਮਨ ਦੀਆਂ ਇੱਛਾ ਜਿਹੜੀਆਂ ਨੇ ਪੂਰੀਆਂ ਹੋ ਜਾਣਗੀਆਂ ਜੇ ਗੁਰੂ ਦੀ ਜਾਂ ਗੁਰੂ ਘਰ ਦੀ ਸੇਵਾ ਕਰਦੇ ਹੋ। ਸੁਨ ਮਸੰਦ ਯੁਤ ਸੰਗਤ ਸਾਰੀ, ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਚਨ ਆਖੇ ਨਾ ਤੇ ਸੁਣ ਕੇ ਜਿਹੜੇ ਜਥੇਦਾਰ ਸਨ ਗੁਰੂ ਘਰ ਦੇ ਉਹਨਾਂ ਨੇ ਵੀ ਸੁਣਿਆ, ਜਿਹੜੀਆਂ ਸੰਗਤਾਂ ਸਨ ਦਰਸ਼ਨ ਕਰਨ ਆਈਆਂ ਉਹਨਾਂ ਨੇ ਵੀ ਸੁਣਿਆ। ਸਾਰਿਆਂ ਨੇ ਬਚਨ ਸੁਣ ਕੇ ਬਿਨਤੀ ਸਹਿਤ ਸਨੇਹ ਉਚਾਰੀ, ਤੇ ਸਤਿਗੁਰਾਂ ਨੂੰ ਫਿਰ ਬੇਨਤੀ ਕਰਨ ਲੱਗੇ, ਬੜੇ ਸਨੇਹ ਦੇ ਨਾਲ, ਬੜੇ ਪਿਆਰ ਦੇ ਨਾਲ, ਭਿੱਜ ਕੇ ਪਿਆਰ ਦੇ ਵਿੱਚ। ਪਟਨੇ ਦੀ ਸੰਗਤ ਔਰ ਗੁਰੂ ਘਰ ਦੇ ਜਿਹੜੇ ਮੋਢੀ ਸਿੱਖ ਸਨ, ਮੁਖੀ ਸਿੱਖ ਸਨ, ਮਹਾਰਾਜ ਨੂੰ ਕਹਿਣ ਲੱਗੇ ਹਨ, ਪੂਰਬ ਤੋਂ ਪੂਰਬ ਦਿਸ਼ ਗਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਸੋ ਪਹਿਲਾਂ ਵੀ ਪੂਰਬ ਦੀ ਦਿਸ਼ਾ ਵਾਲੇ ਪਾਸੇ ਗਏ ਹੋ। ਸਗਰੇ ਸਿੱਖ ਪ੍ਰਤੀਖਤ ਤੇ ਭਏ, ਮਹਾਰਾਜ ਜੀਓ ਸਾਰੇ ਸਿੱਖ ਤੁਹਾਨੂੰ ਉਡੀਕਦੇ ਰਹੇ। ਆਪਾਂ ਇਤਿਹਾਸ ਵਿੱਚ ਬਚਨ ਸਰਵਣ ਕੀਤਾ, ਸਤਿਗੁਰਾਂ ਨੇ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਦੇ ਵਿੱਚ ਟਿਕਾਇਆ। ਜਦੋਂ ਮਹਾਰਾਜ ਇੱਥੋਂ ਚੱਲਣ ਲੱਗੇ ਨਾ, ਢਾਕਾ ਨੂੰ ਜਾਣ ਲੱਗੇ, ਤੇ ਫਿਰ ਪਟਨੇ ਦੀ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤੇ ਤੁਹਾਨੂੰ ਵੀ ਜਾਣ ਨਹੀਂ ਦੇਣਾ ਚਾਹੁੰਦੇ, ਪਰ ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਪਰਿਵਾਰ ਨੂੰ ਇੱਥੇ ਛੱਡ ਕੇ ਜਾਓ। ਕਾਰਨ ਇਹ ਹੈ, ਜੇ ਪਰਿਵਾਰ ਇੱਥੇ ਹੋਵੇਗਾ ਤੇ ਮਹਾਰਾਜ ਵੀ ਵਾਪਸ ਆਉਣਗੇ। ਸੰਗਤ ਕਹਿ ਰਹੀ ਹੈ, ਮਹਾਰਾਜ ਪਹਿਲਾਂ ਵੀ ਤੁਸੀਂ ਪਰਿਵਾਰ ਛੱਡ ਕੇ ਢਾਕੇ ਚਲੇ ਗਏ, ਹੁਣ ਫਿਰ ਤੁਸੀਂ ਇੱਥੇ ਸਾਨੂੰ ਛੱਡ ਕੇ ਆਪ ਜੀ ਚੱਲੇ ਹੋ। ਚਿਰੰਕਾਲ ਤੁਮ ਤਹਾਂ ਬਿਤਾਇਓ, ਸਤਿਗੁਰੂ ਅਸੀਂ ਤੇ ਡੀਕਦੇ ਰਹੇ, ਤੁਸੀਂ ਆਖਿਆ ਛੇਤੀ ਮੁੜ ਆਵਾਂਗੇ, ਪਰ ਕਈ ਸਾਲ ਤੁਸੀਂ ਢਾਕੇ ਦੇ ਵਿੱਚ, ਰਸਤੇ ਦੇ ਵਿੱਚ, ਉਧਰਲੀਆਂ ਸੰਗਤਾਂ ਵਿੱਚ ਬਤੀਤ ਕੀਤੇ। ਅਸੀਂ ਲੰਮਾ ਸਮਾਂ ਤੁਹਾਨੂੰ ਉਡੀਕਦੇ ਰਹੇ ਹਾਂ। ਬਿਸ਼ਨ ਸਿੰਘ ਕਾਰਜ ਤੇ ਸੁਫਲਾਇ, ਤੁਸੀਂ ਰਾਮ ਸਿੰਘ ਰਾਜਾ ਜਿਹੜਾ ਜੈਪੁਰ ਦਾ, ਉਹਦਾ ਕੰਮ ਸਫਲਾ ਕਰਨ ਵਾਸਤੇ, ਉਹਦੀ ਮਦਦ ਕਰਨ ਵਾਸਤੇ ਸਮਾਂ ਕੱਢ ਕੇ ਗਏ ਹੋ। ਪੂਰੇ ਮਾਸ ਆਨ ਅਬ ਰਹੇ, ਤੇ ਸਤਿਗੁਰੂ ਪਾਤਸ਼ਾਹ ਜੀ ਸਾਲ ਬਹੁਤੇ ਬਾਹਰ ਲਾਏ ਤੇ ਇੱਥੇ ਸਾਡੇ ਕੋਲ ਥੋੜੇ ਮਹੀਨੇ ਲਾਏ। ਪਟਨੇ ਦੀ ਸੰਗਤ ਕਹਿਣ ਲੱਗ ਪਈ ਵੀ ਸਾਡੇ ਕੋਲੋਂ ਜਾ ਕੇ ਉਧਰ ਤੇ ਬਹੁਤੇ ਸਾਲ ਲਾ ਕੇ ਆਏ ਹੋ, ਤੇ ਸਾਡੇ ਕੋਲ ਮਹਾਰਾਜ ਕੁਝ ਮਹੀਨੇ ਹੀ ਲਾਏ, ਸਾਡੇ ਕੋਲ ਕੁਝ ਮਹੀਨੇ ਰਹਿੰਦੇ ਹੋ।
ਉਹਨਾਂ ਸੰਗਤਾਂ ਕੋਲ ਕਈ ਸਾਲ ਲਾ ਕੇ ਆਏ ਹੋ। ਪੂਰਨ ਜੈਵ ਪੂਨ ਚਿਤ ਤੇ ਚਾਹੇ। ਸਤਿਗੁਰੂ ਪਾਤਸ਼ਾਹ ਜੀ ਹੁਣ ਤੁਸੀਂ ਆਖਦੇ ਹੋ ਵੀ ਅਸੀਂ ਛੇਤੀ ਚਲੇ ਜਾਣਾ, ਪਟਨੇ ਵਿੱਚ ਰਹਿਣਾ ਨਹੀਂ, ਪੰਜਾਬ ਨੂੰ ਜਾਣਾ ਹੈ। ਸੰਗਤ ਨਿਤ ਪ੍ਰਤ ਦਰਸ ਤੁਹਾਰਾ। ਸਤਿਗੁਰੂ ਪਾਤਸ਼ਾਹ ਸੰਗਤ ਦਿੱਤਾ ਪ੍ਰਤੀ ਤੁਹਾਡੇ ਦਰਸ਼ਨਾਂ ਨੂੰ ਚਾਹੁੰਦੀ ਹੈ। ਚਾਹਤ ਪੁਰਮੈ ਬਾਸ ਉਦਾਰਾ। ਇਹ ਸਾਰੀਆਂ ਸੰਗਤਾਂ ਚਾਹੁੰਦੀਆਂ ਵੀ ਤੁਹਾਡਾ ਇਸ ਪਿੰਡ ਸ਼ਹਿਰ ਦੇ ਵਿੱਚ ਵਾਸਾ ਹੋਵੇ। ਵੱਡੇ ਭਾਗ ਤਬ ਆਪਣੇ ਜਾਣੈ। ਅਸੀਂ ਆਪਣੇ ਵੱਡੇ ਭਾਗ ਜਾਣਦੇ ਹਾਂ। ਰਾਵਰ ਨਿਕਟ ਬਾਸ ਜਬ ਠਾਨੈ। ਜਦੋਂ ਤੁਸੀਂ ਸਾਡੇ ਕੋਲ ਰਹੋਗੇ ਨਾ, ਸਾਡੇ ਤੇ ਵੱਡੇ ਭਾਗ ਤਾਂ ਹੋਣਗੇ, ਤਾਂ ਅਸੀਂ ਸਮਝਾਂਗੇ ਵੀ ਸਾਡੇ ਵੱਡੇ ਭਾਗ ਨੇ ਜੇ ਤੁਸੀਂ ਸਾਡੇ ਕੋਲ ਵਾਸਾ ਕਰੋ। ਸੁਨ ਸਤਿਗੁਰ ਸਗਰੇ ਸਮਝਾਏ। ਸਤਿਗੁਰਾਂ ਨੇ ਸੁਣੇ ਬਚਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ। ਪਟਨੇ ਦੀ ਸੰਗਤ ਦਾ ਬਚਨ ਸੁਣ ਕੇ ਮਹਾਰਾਜ ਫਿਰ ਕਹਿਣ ਲੱਗੇ ਹਨ, ਤਨ ਇਹ ਵਿਸ਼ਰਨ ਹਾਰ ਸਦਾਏ। ਮਹਾਰਾਜ ਕਹਿਣ ਲੱਗੇ, ਉਹ ਭਾਈ ਪਿਆਰਿਓ, ਤੁਸੀਂ ਤੇ ਸਰੀਰ ਦੇ ਨਾਲ ਹੀ ਜੁੜ ਕੇ ਬੈਠ ਗਏ। ਅਸੀਂ ਗੁਰਬਾਣੀ ਵਿੱਚ ਥਾਵਾਂ ਥਾਵਾਂ ਤੇ ਲਿਖਿਆ ਵੀ ਤਨ ਦਾ ਮੋਹ ਨਾ ਕਰੋ, ਸਰੀਰ ਤੇ ਵਿਛੜਨਹਾਰ ਹੈ, ਬਿਨਸਨਹਾਰ ਹੈ, ਨਾਸਵੰਤ ਹੈ। ਜੋ ਉਪਜਿਓ ਸੋ ਬਿਨਸ ਹੈ। ਜਿਹੜਾ ਪੈਦਾ ਹੋਇਆ ਸਰੀਰ, ਉਹ ਸਰੀਰ ਨੇ ਅੱਜ ਨਹੀਂ ਤੇ ਕੱਲ ਨਾਸ ਹੋਣਾ ਹੀ ਹੋਣਾ ਹੈ। ਸਾਡੇ ਉਪਦੇਸ਼ ਦੇਣ ਦੇ ਬਾਵਜੂਦ ਵੀ ਤੁਸੀਂ ਸਰੀਰ ਨਾਲ ਹੀ ਜੁੜੇ ਹੋ। ਮਹਾਰਾਜ ਚੱਲੇ ਕਿਉਂ? ਇਹ ਤਨ ਤੇ ਨਾਸਵੰਤ ਹੈ। ਜੇ ਅੱਜ ਅਸੀਂ ਮੰਨ ਲਓ ਅਨੰਦਪੁਰ ਸਾਹਿਬ ਨਹੀਂ ਜਾਂਦੇ, ਤੁਹਾਡੇ ਕੋਲ ਰਹਿੰਦੇ ਆ, ਤੇ ਇੱਕ ਦਿਨ ਉਹ ਵੀ ਦਿਨ ਆਉਣਾ ਜਦੋਂ ਸਰੀਰ ਤਿਆਗਣਾ, ਤੇ ਫਿਰ ਵੀ ਤੇ ਵਿਛੋੜਾ ਪੈਣਾ ਹੀ ਹੈ ਨਾ। ਇਹ ਸਰੀਰ ਨਾਸਵੰਤ ਹੈ, ਸਰੀਰ ਦਾ ਮੋਹ ਨਹੀਂ ਕਰੀਦਾ। ਜੇ ਅੱਜ ਇੱਥੇ ਮਿਲਿਆ ਤੇ ਪਹਿਲਾਂ ਕਿਸੇ ਨਾਲ ਵਿਛੜਿਆ ਹੈ, ਹੁਣ ਇੱਥੋਂ ਜਾ ਕੇ ਜਦੋਂ ਕਿਸੇ ਹੋਰ ਨਾਲ ਮਿਲੇਗਾ ਤੇ ਇੱਥੇ ਵਿਛੋੜਾ ਪਵੇਗਾ। ਸਰੀਰ ਇੱਕ ਵੇਲੇ ਇੱਕ ਸਮੇਂ ਤੇ ਇੱਕ ਥਾਂ ਤੇ ਇੱਕ ਨੂੰ ਮਿਲ ਸਕਦਾ ਹੈ, ਦੂਜਿਆਂ ਦੇ ਨਾਲ ਵਿਛੋੜਾ ਪੈ ਜਾਂਦਾ ਹੈ। ਹਮ ਸਮ ਦਰਸ਼ਨ ਬਾਲਕ ਗੁਰ ਕੇ। ਸੋ ਸਾਡੇ ਜੇ ਤੁਸੀਂ ਦਰਸ਼ਨ ਕਰਨੇ ਚਾਹੁੰਦੇ ਹੋ ਨਾ, ਜੇ ਤੁਸੀਂ ਸਰੀਰ ਨਾਲ ਹੀ ਜੁੜੇ ਜੇ, ਤੇ ਫਿਰ ਧੰਨ ਗੋਬਿੰਦ ਰਾਏ ਜੀਆਂ ਦੇ ਦਰਸ਼ਨ ਕਰੋ। ਸਾਡੇ ਦਰਸ਼ਨ ਔਰ ਇਹਨਾਂ ਦੇ ਦਰਸ਼ਨ ਵਿੱਚ ਫਰਕ ਕੋਈ ਨਹੀਂ ਹੈ, ਇੱਕੋ ਹੀ ਦਰਸ਼ਨ, ਇੱਕੋ ਹੀ ਰੂਪ। ਹਾਂ, ਕਰੋ ਪਿਸ਼ਾਰੀ ਪ੍ਰੇਮੀ ਉਰ ਕੇ। ਤੇ ਜਿਹੜੇ ਪ੍ਰੇਮੀ ਨੇ, ਗੁਰੂ ਦੇ ਦਰਸ਼ਨ ਕਰਨੇ ਚਾਹੁੰਦੇ ਨੇ, ਆ ਪ੍ਰੇਮੀਓ, ਫਿਰ ਸਾਡੇ ਤੋਂ ਬਾਅਦ ਵਿੱਚ ਸਾਡੇ ਪੁੱਤਰ ਗੁਰੂ ਦੇ ਦਰਸ਼ਨ ਕਰਿਓ, ਤੁਹਾਡਾ ਭਲਾ ਹੋਵੇਗਾ। ਇਤਿਆਦਿਕ ਕਹਿ ਗੁਰ ਗੋਸਾਈ। ਸਤਿਗੁਰਾਂ ਨੇ ਇਹ ਬਚਨ ਜਿਹੜੇ ਸੰਗਤਾਂ ਨਾਲ ਕੀਤੇ ਹਨ। ਭਈ ਨਿਸਾ ਸੁਪਤੇ ਸੁਖ ਹੁਣ ਪਾਈ। ਰਾਤ ਪੈ ਗਈ ਤੇ ਮਹਾਰਾਜ ਪਲੰਘੇ ਤੇ ਲੰਮੇ ਪੈ ਕੇ ਆਰਾਮ ਕਰਦੇ ਸੌਂ ਗਏ ਹਨ। ਜਾਮ ਰਹੀ ਜਾਗੇ ਸੋਚ ਕਰਕੇ। ਜਦੋਂ ਅੰਮ੍ਰਿਤ ਵੇਲਾ ਹੋਇਆ, ਇੱਕ ਪੈਰ ਰਾਤ ਰਹਿ ਗਈ, 3 ਕੁ ਦਾ ਟਾਈਮ, ਅੰਮ੍ਰਿਤ ਵੇਲੇ 2:30 ਵਜੇ ਦਾ ਟਾਈਮ ਹੋਇਆ, ਸਤਿਗੁਰੂ ਉੱਠ ਬੈਠੇ ਹਨ। ਮਜਨ ਠਾਨ ਧਿਆਨ ਕੋ ਤੇ ਧਰਕੈ। ਸਤਿਗੁਰਾਂ ਨੇ ਇਸ਼ਨਾਨ ਕੀਤਾ, ਫਿਰ ਸਿਮਰਨ ਦੇ ਧਿਆਨ ਦੇ ਵਿੱਚ ਲੱਗ ਗਏ। ਉਸ ਵੇਲੇ ਉਦਿਓ ਸੂਰ ਪਹਿਰੇ ਪਟ ਸਾਰੇ। ਜਦੋਂ ਸੂਰਜ ਚੜ੍ਹਿਆ, ਫਿਰ ਮਹਾਰਾਜ ਨੇ ਸੋਹਣੇ ਬਸਤਰ ਆਪਣੇ ਸਰੀਰ ਤੇ ਸਜਾਏ ਹਨ। ਤੋ ਤਿਆਰ ਪੁਨਕੀਨ ਤੇ ਆਹਾਰੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਵਾਸਤੇ ਫਿਰ ਭੋਜਨ ਤਿਆਰ ਸੀ। ਰਸੋਈਏ ਸਿੰਘ ਨੇ ਭੋਜਨ ਤਿਆਰ ਕਰ ਦਿੱਤਾ। ਰੋਜ਼ ਦਾ ਸਮਾਂ ਮਹਾਰਾਜ ਦਾ ਵੇਖ ਕੇ ਜਦੋਂ ਭੋਜਨ ਤਿਆਰ ਹੋਇਆ ਤੇ ਪਾਤਸ਼ਾਹ ਨੇ ਛਕਿਆ ਪੁੱਤਰ ਹੈ। ਅੰਕ ਮੈਂ ਲੀਨ ਮਿਲ ਤੇ ਬਿਠਾਈ। ਸਤਿਗੁਰਾਂ ਨੇ ਆਪਣੇ ਪੁੱਤਰ ਗੋਬਿੰਦ ਰਾਏ ਜੀਆਂ ਨੂੰ ਆਪਣੀ ਗੋਦੀ ਵਿੱਚ ਤੇਗ ਬਹਾਦਰ ਗੁਰੂ ਪਾਤਸ਼ਾਹ ਨੇ ਬਿਠਾਇਆ ਹੈ। ਕਰੇ ਦੁਲਾਰਨ ਪ੍ਰੀਤ ਤੇ ਵਧਾਈ। ਅਨੇਕ ਤਰ੍ਹਾਂ ਦੇ ਲਾੜ ਜਿਹੜੇ ਨੇ ਆਪਣੇ ਪੁੱਤਰ ਦੇ ਨਾਲ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀਤੇ। ਮਾਤ ਨਾਨਕੀ ਕੋ ਕਰ ਬੰਧਨ। ਤੇ ਉਸ ਵੇਲੇ ਫਿਰ ਆਪਣੀ ਮਾਤਾ ਨਾਨਕੀ ਜੀਆਂ ਨੂੰ ਨਮਸਕਾਰ ਕਰਕੇ ਹੁਣ ਚੱਲਣ ਲੱਗੇ ਪਟਨੇ ਦੇ ਵਿੱਚੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ, ਤੇ ਆਪਣੀ ਜਨਮ ਦੇਣ ਵਾਲੀ ਮਾਤਾ ਨਾਨਕੀ ਜੀਆਂ ਨੂੰ ਫਿਰ ਮੱਥਾ ਟੇਕਿਆ ਹੈ। ਗਮਨ ਚਾਹਿਓ ਪੁਨ ਦੋਸ਼ ਨਿਕੰਦਨ। ਦੁੱਖਾਂ ਨੂੰ ਕੱਟਣ ਵਾਲੇ ਸਤਿਗੁਰੂ ਪਾਤਸ਼ਾਹ ਜੀ, ਪਾਪਾਂ ਨੂੰ ਕੱਟਣ ਵਾਲੇ ਹੁਣ ਪਟਨਾ ਸਾਹਿਬ ਤੋਂ ਚੱਲਣਾ ਚਾਹੁੰਦੇ ਹਨ। ਸਿੱਖ ਸੰਗਤ ਸਗਰੇ ਮਿਲਿਆ। ਇੰਨੇ ਚਿਰ ਨੂੰ ਸੰਗਤਾਂ ਸਵੇਰੇ ਫਿਰ ਇਕੱਠੀਆਂ ਹੋ ਕੇ ਆ ਗਈਆਂ ਹਨ। ਨਮੋ ਕਰੈ ਔਰ ਪ੍ਰੇਮ ਉਪਾਏ। ਬੜੇ ਪ੍ਰੇਮ ਦੇ ਨਾਲ ਪਟਨੇ ਦੀ ਸੰਗਤ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਦੀ ਹੈ। ਇਹ ਹੁਣ ਅਖੀਰਲਾ ਫੇਰਾ ਹੈ। ਹੁਣ ਦੁਬਾਰਾ ਮਹਾਰਾਜ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਹੁਣ ਪਟਨਾ ਸਾਹਿਬ ਨਹੀਂ ਜਾਣਗੇ। ਇਹ ਅਖੀਰਲੀ ਵਾਰੀ ਦੇ ਦਰਸ਼ਨ ਪਟਨੇ ਦੀ ਸੰਗਤ ਨੇ ਕੀਤੇ ਹਨ। ਘਰ ਮਹਿ ਪ੍ਰਭਸ਼ੇ ਜਬ ਗੁਰ ਜਾਈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸੰਗਤ ਨੂੰ ਬਾਹਰੋਂ ਮਿਲ ਕੇ ਹੁਣ ਆਪਣੇ ਮਹਿਲ ਵਿੱਚ ਘਰ ਵਿੱਚ ਚਲੇ ਗਏ ਹਨ। ਸ੍ਰੀ ਗੁਜਰੀ ਬਹੁ ਬਿਨੈ ਤੇ ਸੁਨਾਈ। ਉਸ ਵੇਲੇ ਮਾਤਾ ਸਾਹਿਬ ਮਾਤਾ ਗੁਜਰੀ ਜੀ ਘਰ ਵਿੱਚ ਸਨ ਤੇ ਫਿਰ ਬੇਨਤੀ ਕਰਨ ਲੱਗੇ ਹਨ। ਆਜ ਨਿਕਟ ਹੀ ਕੀਜੈ ਡੇਰਾ। ਸਤਿਗੁਰੂ ਪਾਤਸ਼ਾਹ ਅੱਜ ਬਹੁਤਾ ਲੰਮਾ ਸਫ਼ਰ ਨਾ ਕਰਿਓ, ਥੋੜਾ ਸਫ਼ਰ ਕਰਕੇ ਤੇ ਨੇੜੇ ਹੀ ਡੇਰਾ ਕਰ ਲਿਓ। ਸੁਤ ਕੋ ਸੰਗ ਰੱਖੋ ਇਸ ਬੇਰਾ। ਤੇ ਇਸ ਵੇਲੇ ਪੁੱਤਰ ਨੂੰ ਨਾਲ ਹੀ ਲੈ ਜਾਓ। ਤੁਹਾਡਾ ਪੁੱਤਰ ਤੁਹਾਡੇ ਨਾਲ ਰਹਿਣਾ ਚਾਹੁੰਦਾ, ਨਾਲ ਹੀ ਲੈ ਜਾਓ। ਤੇ ਪਟਨੇ ਤੋਂ ਥੋੜੀ ਦੂਰ ਜਾ ਕੇ ਡੇਰਾ ਕਰਿਓ, ਅਤੇ ਡੇਰਾ ਕਰਕੇ ਤੇ ਫਿਰ ਉੱਥੋਂ ਅਸੀਂ ਆਪਣੇ ਪੁੱਤਰ ਨੂੰ ਵਾਪਸ ਲੈ ਆਵਾਂਗੇ। ਹੋਰ ਹੋਤ ਪੁਨ ਗਮੋ ਤੇ ਅਗਾਰੀ। ਜਦੋਂ ਅਗਲਾ ਦਿਨ ਚੜ੍ਹੇਗਾ ਫਿਰ ਤੁਸੀਂ ਮੰਜ਼ਲ ਤੇ ਅੱਗੇ ਚਲੇ ਜਾਣਾ ਕਰਿਓ। ਆਏ ਸਦਨ ਕੋ ਸਕਲ ਪਿਸ਼ਾਰੀ। ਅਸੀਂ ਸਾਰੇ ਜਾਣੇ ਪਿੱਛੇ ਮੁੜ ਆਵਾਂਗੇ। ਹੁਣ ਸਾਨੂੰ ਨਾਲ ਲੈ ਚੱਲੋ ਇੱਕ ਵਾਰੀ ਪਟਨੇ ਦੇ ਵਿੱਚੋਂ। ਥੋੜਾ ਜਿਹਾ ਸਫ਼ਰ ਤੈਅ ਕਰਕੇ ਪਟਨੇ ਤੇ ਵਾਰ-ਵਾਰ ਆਪਾਂ ਡੇਰਾ ਕਰਾਂਗੇ, ਉੱਥੇ ਇੱਕ ਰਾਤ ਰਵਾਂਗੇ, ਫਿਰ ਅਸੀਂ ਵਾਪਸ ਮੁੜ ਆਵਾਂਗੇ
ਤੇ ਫਿਰ ਤੁਸੀਂ ਅੱਗੇ ਚਲੇ ਜਾਇਓ। ਇਸ ਤਰ੍ਹਾਂ ਮਾਤਾ ਗੁਜਰੀ ਜੀ ਕਹਿੰਦੇ ਹਨ। ਸਤਿਗੁਰ ਤਬ ਹੋਏ ਉਸ ਅਸਵਾਰ, ਵੇਲੇ ਸਤਿਗੁਰੂ ਪਾਤਸ਼ਾਹ ਫਿਰ ਘੋੜੇ ਦੇ ਉੱਪਰ ਸਵਾਰ ਹੋਏ। ਮਾਤ ਨਾਨਕੀ ਬੰਧਨ ਚੱਲਣ ਧਾਰ, ਲੱਗਿਆਂ ਫਿਰ ਆਪਣੀ ਮਾਤਾ ਨਾਨਕੀ ਜੀ ਨੂੰ ਨਮਸਕਾਰ ਕੀਤੀ। ਬਾਰ ਬਾਰ ਸੁਤ ਕੋ ਮੁਖ ਦੇਖ, ਵਾਰ-ਵਾਰ ਆਪਣੇ ਪੁੱਤਰ ਦਾ ਮੁਖ ਵੇਖ ਕੇ ਵਿਛਰਿਓ ਚਾਹੇ ਨ ਪ੍ਰੇਮ ਵਿਸ਼ੇ। ਮਾਤਾ ਨਾਨਕੀ ਜੀ ਵਿਛੜਨਾ ਨਹੀਂ ਚਾਹੁੰਦੇ ਆਪਣੇ ਪੁੱਤਰ ਦੇ ਨਾਲੋਂ, ਬਹੁਤਾ ਪ੍ਰੇਮ ਕਰਦੇ ਨੇ। ਵਾਰ-ਵਾਰ ਆਪਣੇ ਪੁੱਤਰ ਦਾ ਮੂੰਹ ਤੱਕਦੇ ਹਨ, ਚਿਹਰਾ ਤੱਕਦੇ ਹਨ। ਆਸ਼ਿਕ ਦੇਤੀ ਪੌਰ ਥਰੀ ਹੈ, ਉਸ ਵੇਲੇ ਮਾਤਾ ਨਾਨਕੀ ਜੀ ਆਪਣੇ ਪੁੱਤਰ ਦੇ ਨਾਲ ਚਲਦਿਆਂ ਚਲਦਿਆਂ ਦਰਵਾਜ਼ੇ ਤੱਕ, ਦਿਉੜੀ ਤੱਕ, ਦਹਲੀਜ਼ ਤੱਕ, ਘਰ ਦੇ ਦਰਵਾਜ਼ੇ ਤੱਕ ਆ ਗਏ। ਤੇ ਫਿਰ ਘਰ ਦੇ ਦਰਵਾਜ਼ੇ ਦੀ ਦਹਲੀਜ਼ ਫੜ ਕੇ ਖੜ ਗਏ। ਆਪਣੇ ਪੁੱਤਰ ਨੂੰ ਜਾਂਦਿਆਂ ਹੋਇਆਂ ਮਗਰੋਂ ਅਸੀਸਾਂ ਦਿੰਦੇ ਨੇ, ਤੁਹਾਡਾ ਭਲਾ ਹੋਵੇ, ਤੁਹਾਡਾ ਭਲਾ ਹੋਵੇ। ਐਸੀਆਂ ਅਸੀਸਾਂ ਮਾਤਾ ਨਾਨਕੀ ਜੀ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਿੰਦੇ ਹਨ। ਚਹਿਤ ਸ਼ਰੇ ਨਹਿ ਅਸ਼ਰ ਢਰੀ ਹੈ, ਸੋ ਚਹਿਤ ਸ਼ਰੇ, ਮਾਤਾ ਜੀ ਸ਼ਰੇ ਚਾਹੁੰਦੇ ਨੇ, ਭਲਾ ਚਾਹੁੰਦੇ ਨੇ, ਸੁਖ ਚਾਹੁੰਦੇ ਨੇ। ਸੋ ਨਹਿ ਅਸ਼ਰ ਢਲੀ ਹੈ, ਸੋ ਬਚਨ ਕਰਦੇ ਨੇ, ਹੰਝੂ ਨਹੀਂ ਕੇਰਦੇ, ਅਪਸ਼ਗਨ ਨਾ ਹੋਵੇ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਇਹ ਵੇਖ ਲੈਂਦੇ ਹਾਂ ਵੀ ਆਹ ਗੱਲ ਮਾੜੀ ਹੈ, ਚੰਗੀ ਹੈ। ਮਾਤਾ ਜੀ ਆਪਣੇ ਪੁੱਤਰ ਦਾ ਵਿਛੋੜਾ ਸਹਿ ਤੇ ਨਹੀਂ ਸਕਦੇ, ਪਰ ਪੁੱਤਰ ਦੇ ਵਿਛੋੜੇ ਦੇ ਵਿੱਚ ਅੱਖਾਂ ਵਿੱਚੋਂ ਹੰਝੂ ਨਹੀਂ ਕੋਈ ਡਿੱਗਿਆ ਨਹੀਂ ਹੈ, ਡੁੱਲਿਆ ਕੋਈ ਨਹੀਂ ਹੈ। ਕਿਉਂ? ਹੰਝੂ ਡਿੱਗਣਾ, ਰੋਣਾ ਅਪਸ਼ਗਨ ਹੈ। ਕਿਤੇ ਸਾਡਾ ਪੁੱਤਰ ਚੱਲਣ ਲੱਗਿਆ ਅਪਸ਼ਗਨ ਨਾ ਹੋਵੇ। ਜਰ ਲਿਆ ਉਸ ਸਮੇਂ ਨੂੰ, ਉਸ ਘੜੀ ਨੂੰ, ਹੈ ਤੇ ਭਾਵੇਂ ਦੁੱਖ ਦਾ ਸਮਾਂ, ਵਿਛੋੜਾ ਪੈਣ ਲੱਗਾ ਹੈ, ਪਰ ਨੇਤਰਾਂ ਤੋਂ ਇੱਕ ਵੀ ਬੂੰਦ ਜਿਹੜੀ ਹੈ ਨਾ ਉਹ ਵੈਰਾਗ ਦੀ ਨਹੀਂ ਛੁੱਟੀ ਹੈ। ਮਿਲਨ ਅੰਤ ਕੋ ਸਤਿਗੁਰ ਜਾਨ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਜਾਣਦੇ ਹਨ ਵੀ ਇਹ ਜਿਹੜਾ ਮਿਲਣਾ ਹੈ। ਦਰਸ਼ਨ ਦੇ ਕਰ ਪ੍ਰੇਮ ਤੇ ਮਹਾਨ, ਮਹਾਰਾਜ ਸਾਹਿਬ ਜੀਆਂ ਨੇ ਦਰਸ਼ਨ ਦੇ ਕੇ ਬਹੁਤਾ ਪਿਆਰ ਬਖਸ਼ਿਸ਼ ਕੀਤਾ। ਗਮਨਤ ਗੁਜ਼ਰੀ ਜੋ ਕਰ ਤੇ ਬੰਦੇ, ਉਸ ਵੇਲੇ ਮਾਤਾ ਗੁਜਰੀ ਜੀ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਕੇ ਚੱਲ ਪਏ। ਬੰਧਨ ਕਰਤ ਚਹਿਤ ਸੁਖ ਕੰਦੇ, ਸੁੱਖਾਂ ਦੇ ਦਾਤੇ ਸਤਿਗੁਰਾਂ ਨੂੰ ਮੱਥਾ ਟੇਕਿਆ ਹੈ। ਪੁਰ ਮੈਂ ਗਮਨੇ ਘਰ ਕੋ ਤਿਆਗਾ, ਆਪਣੇ ਘਰ ਨੂੰ ਛੱਡ ਕੇ ਮਾਤਾ ਜੀ ਔਰ ਸਤਿਗੁਰੂ ਜੀ ਹੌਲੀ ਹੌਲੀ ਨਗਰ ਵਿੱਚ ਤੁਰੇ ਜਾਂਦੇ ਹਨ। ਸੰਗ ਆਏ ਜਿਨ ਮਨ ਅਨੁਰਾਗਾ, ਤੇ ਨਾਲ ਉਹ ਸੰਗਤਾਂ ਚੱਲ ਪਈਆਂ ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਹੈ। ਬਹੁਤੀਆਂ ਪ੍ਰੇਮੀ ਸੰਗਤਾਂ ਵੀ ਨਾਲ ਹੀ ਚੱਲ ਪਈਆਂ। ਚਲੋ ਮਹਾਰਾਜ ਅੱਜ ਡੇਰਾ ਦੇ ਨੇੜੇ ਹੀ ਕਰੋਗੇ ਨਾ, ਜਿੰਨਾ ਚਿਰ ਹੋਰ ਦਰਸ਼ਨ ਕਰ ਸਕਦੇ ਆ ਕਰ ਲਈਏ। ਬਹੁਤੀਆਂ ਪ੍ਰੇਮੀ ਸੰਗਤਾਂ ਵੀ ਨਾਲ ਚੱਲ ਪਈਆਂ ਹਨ। ਕਿਤਕ ਦੂਰ ਸਤਿਗੁਰ ਜਵੇ ਆਏ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਪਟਨਾ ਸਾਹਿਬ ਤੋਂ ਚੱਲਦਿਆਂ ਚੱਲਦਿਆਂ ਬਾਹਰ ਨਿਕਲ ਆਏ ਹਨ। ਸਾਹਿਬ ਜ਼ਾਦੇ ਕੋ ਸੰਗ ਤੇ ਲਿਆ, ਆਪਣੇ ਪੁੱਤਰ ਨੂੰ ਧੰਨ ਗੋਬਿੰਦ ਰਾਏ ਜੀਆਂ ਨੂੰ ਨਾਲ ਹੀ ਲੈ ਕੇ ਆਏ ਹਨ। ਪਟਨਾਪੁਰ ਵਿਸਾਲ ਹੀ ਵਸਾ, ਕਿਉਂਕਿ ਪਟਨਾ ਸ਼ਹਿਰ ਜਿਹੜਾ ਬੜਾ ਵੱਡਾ ਵਸਦਾ ਸੀ ਸਤਿਗੁਰਾਂ ਦੇ ਸਮੇਂ ਵੀ, ਬਹੁਤ ਵੱਡੀ ਇਸ ਦੀ ਵਸੋਂ ਹੈ। ਧਨੀ ਅਨੇਕ ਬ੍ਰਿੰਦ ਨਰ ਲਸੈ, ਤੇ ਇੱਥੇ ਬਹੁਤ ਜ਼ਿਆਦਾ ਅਮੀਰ ਧਨਾੜ ਮਾਇਆ ਧਾਰੀ ਲੋਕ ਰਹਿੰਦੇ ਹਨ। ਨਗਰ ਵਿੱਚ ਹੀ ਤੇ ਡੇਰਾ ਸਤਿਗੁਰੂ ਕੀ, ਪਾਤਸ਼ਾਹ ਨੇ ਵੇਖਿਆ ਵੀ ਪਿੰਡ ਸ਼ਹਿਰ ਤੇ ਬੜਾ ਵੱਡਾ ਕਈ ਮੀਲਾਂ ਵਿੱਚ ਫੈਲਿਆ ਹੋਇਆ, ਸਾਡੇ ਪੁੱਤਰ ਨੇ ਵਾਪਸ ਵੀ ਜਾਣਾ ਹੈ। ਇਸ ਕਰਕੇ ਪਟਨੇ ਦੇ ਵਿੱਚ ਹੀ ਇੱਕ ਖਾਲੀ ਸੋਹਣੀ ਜਗ੍ਹਾ ਵੇਖ ਕੇ ਮਹਾਰਾਜ ਨੇ ਉੱਥੇ ਡੇਰਾ ਕਰ ਲਿਆ ਹੈ। ਸੁਤ ਜੁਤ ਸੰਗਤ ਸੰਗਹਿ ਚੀਨ, ਤੇ ਕਈ ਨਾਲ ਮਹਾਰਾਜ ਦੇ ਸੰਗਤਾਂ ਦੇ ਪੁੱਤਰ ਵੀ ਨਾਲ ਹੈ। ਪਿਛੇ ਸਿੱਖ ਪਹੁੰਚੇ ਸਮੁਦਾਇ, ਪਿੱਛੇ ਬਹੁਤੇ ਸਿੱਖ ਪਹੁੰਚ ਗਏ ਹਨ। ਮਿਲਿਆ ਅਨੇਕ ਅਕੂਰਨ ਲਿਆਏ, ਅਨੇਕ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਮਿਲੇ ਹਨ। ਬੈਠੇ ਸਤਿਗੁਰ ਲਾਏ ਦੀਵਾਨ, ਸਤਿਗੁਰੂ ਜੀ ਦੀਵਾਨ ਲਾ ਕੇ ਬੈਠ ਗਏ। ਜਥਾ ਜੋਗ ਸਭ ਸੰਗ ਤੇ ਬਖਾਨ, ਸੰਗਤਾਂ ਨੂੰ ਉਪਦੇਸ਼ ਦਿੰਦੇ, ਜਥਾ ਜੋਗ ਜਿਵੇਂ ਕਿਸੇ ਨੂੰ ਕਹਿਣਾ ਬਚਨ ਕਰਦੇ ਹਨ। ਸਦਨ ਜਾਨ ਕੋ ਸਕਲ ਹਟਾਏ, ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਆਖਿਆ, ਭਾਈ ਹੁਣ ਤੁਸੀਂ ਮੁੜ ਜਾਓ, ਵਾਪਸ ਚਲੇ ਜਾਓ, ਹੁਣ ਇੱਥੋਂ ਅਸੀਂ ਅੱਗੇ ਜਾਵਾਂਗੇ। ਨਿਸਾ ਪਰੀ ਤੇ ਗੁਰ ਸੁਪਤਾਏ, ਤੇ ਰਾਤ ਪੈ ਗਈ, ਜਿੱਥੇ ਪੜਾ ਕੀਤਾ ਸੀ ਉੱਥੇ ਮਹਾਰਾਜ ਸੌ ਗਏ ਹਨ। ਜਾਗੇ ਸੋਚ ਇਸ਼ਨਾਨੇ ਠਾਨੇ, ਅਗਲਾ ਦਿਨ ਚੜਿਆ ਤੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣ ਕੀਤਾ। ਸੁਤ ਸੋ ਸਭ ਵਿਦ ਬਾਕ ਮਖਾਨੇ, ਫਿਰ ਆਪਣੇ ਪੁੱਤਰ ਨੂੰ ਬਚਨ ਕਰਨ ਲੱਗੇ। ਹੁਣ ਗੋਬਿੰਦ ਰਾਏ ਜੀਆਂ ਨੂੰ ਮਿਲ ਕੇ ਇੱਥੋਂ ਹੁਣ ਮਹਾਰਾਜ ਨੇ ਪੰਜਾਬ ਨੂੰ ਆ ਜਾਣਾ। ਗੋਬਿੰਦ ਰਾਏ ਜੀਆਂ ਨੇ ਵਾਪਸ ਘਰ ਪਟਨੇ ਨੂੰ ਚਲੇ ਜਾਣਾ ਹੈ। ਹੁਣ ਆਪਣੇ ਪੁੱਤਰ ਦੇ ਨਾਲੋਂ ਵਿਛੋੜਾ ਹੈ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਫਿਰ ਇਸ ਤਰ੍ਹਾਂ ਕਹਿਣ ਲੱਗੇ ਹਨ, ਕਰਿਓ ਪਿਆਰ ਦੇਕਰ ਸੰਗ ਤੇ ਦਾਸ, ਸਤਿਗੁਰੂ ਪਾਤਸ਼ਾਹ ਨੇ ਬੜਾ ਪਿਆਰ ਕੀਤਾ, ਬੜਾ ਲਾਡ ਕੀਤਾ ਆਪਣੇ ਪੁੱਤਰ ਦੇ ਨਾਲ। ਫਿਰ ਕੁਝ ਨਾਲ ਸੇਵਾਦਾਰ ਦਿੱਤੇ, ਜਾਓ ਭਾਈ ਸਾਡੇ ਪੁੱਤਰ ਨੂੰ ਘਰ ਲੈ ਜਾਣਾ ਕਰੋ। ਕਰੇ ਪਠਾਵਨ ਤਵੈ ਤੇ ਆਵਾਸ, ਉਸ ਵੇਲੇ ਸਤਿਗੁਰਾਂ ਨੇ ਘਰੇ ਭੇਜ ਦਿੱਤਾ ਹੈ। ਬੰਧਨ ਠਾਨ ਪਿਤਾ ਕੋ ਗਏ, ਉਸ ਵੇਲੇ ਗੋਬਿੰਦ ਰਾਏ ਜੀ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਮੱਥਾ ਟੇਕ ਕੇ ਫਿਰ ਘਰ ਨੂੰ ਚਲੇ ਗਏ ਹਨ। ਆਏ ਤੁਰਤ ਹਮ ਕਹਿਬੋ ਕੀਏ, ਅਤੇ ਨਾਲ ਹੀ ਇਹ ਬਚਨ ਕੀਤਾ, ਕਹਿਣ ਲੱਗੇ ਸਤਿਗੁਰੂ ਅਸੀਂ ਛੇਤੀ ਹੁਣੇ ਆਵਾਂਗੇ। ਬਚਨ ਕੀਤਾ, ਤੁਰ ਲੱਗਿਆ, ਮੱਥਾ ਟੇਕਿਆ। ਗੋਬਿੰਦ ਰਾਏ ਜੀ ਕਹਿਣ ਲੱਗੇ, ਪਿਤਾ ਜੀ ਛੇਤੀ ਬੁਲਾਇਓ ਸਾਨੂੰ।
ਤੇ ਜੇ ਛੇਤੀ ਨਾ ਬੁਲਾਇਆ ਤੇ ਅਸੀਂ ਛੇਤੀ ਆਪੇ ਹੀ ਆ ਜਾਣਾ। ਅਸੀਂ ਛੇਤੀ ਸਮਝੋ ਵੀ ਤੁਹਾਡੇ ਮਗਰ ਆਉਣ ਵਾਲੇ ਹਾਂ। ਜਾਏ ਮਾਗਤ ਕੋ ਨਿਸਾ ਵਰਤਾਂਤ। ਤੇ ਉਸ ਵੇਲੇ ਫਿਰ ਘਰੇ ਪਹੁੰਚ ਗਏ ਤੇ ਆਪਣੀ ਮਾਤਾ ਨਾਨਕੀ ਜੀਆਂ ਨੂੰ ਫਿਰ ਰਾਤ ਦੀ ਸਾਰੀ ਗੱਲ ਦੱਸੀ ਵੀ ਕਿਵੇਂ ਅਸੀਂ ਪਿਤਾ ਦੇ ਨਾਲ ਗਏ, ਕਿਵੇਂ ਉੱਥੇ ਪ੍ਰਸ਼ਾਦਾ ਛਕਿਆ, ਕਿਵੇਂ ਰਾਤ ਬਤੀਤ ਕੀਤੀ। ਇਹ ਸਾਰੀਆਂ ਗੱਲਾਂ ਜਿਵੇਂ ਪਿਤਾ ਦੇ ਨਾਲ ਰਾਤ ਬਤੀਤ ਕੀਤੀ ਦੱਸੀ ਹੈ। ਦਾਦੀ ਸਹਿਤ ਕੀਨ ਬਖਿਆਤ। ਫਿਰ ਆਪਣੀ ਦਾਦੀ ਦੇ ਕੋਲ ਜਾ ਕੇ ਸਾਰੀਆਂ ਗੱਲਾਂ ਗੋਬਿੰਦ ਰਾਏ ਜੀ ਨੇ ਕੀਤੀਆਂ ਹਨ। ਅਨੇਕ ਵਿਧਨ ਕੇ ਬਾਕ ਬਿਲਾਸ। ਅਨੇਕ ਤਰ੍ਹਾਂ ਦੇ ਬਚਨ ਬਲਾਸ ਜੋ ਹਨ। ਕਰੈ ਸੁਨਾਵਨ ਬੈਠੇ ਆਵਾਸ। ਤੇ ਸਤਿਗੁਰੂ ਪਾਤਸ਼ਾਹ ਆਪਣੇ ਘਰ ਦੇ ਵਿੱਚ ਬੈਠੇ ਹੋਏ ਸੁਣਦੇ ਸੁਣਾਉਂਦੇ ਪਏ ਹਨ। ਥੋਰਨ ਦਿਨ ਮੈਂ ਹਮ ਗਮਨੇ ਹੈ। ਤੇ ਨਾਲ ਹੀ ਇਹ ਗੱਲ ਕਹਿੰਦੇ ਵੀ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਚਲੇ ਜਾਵਾਂਗੇ। ਜਾਏ ਦੇਸ਼ ਪੰਜਾਬ ਰਹੇ ਹੈ। ਤੇ ਆਪਣੇ ਦੇਸ਼ ਪੰਜਾਬ ਜਾ ਕੇ ਰਵਾਂਗੇ। ਹੁਣ ਆਪਣੀ ਮਾਤਾ ਨੂੰ ਤੇ ਦਾਦੀ ਨੂੰ ਕਹਿਣ ਲੱਗ ਪਿਆ ਗੋਬਿੰਦ ਰਾਏ ਜੀ ਵੀ ਥੋੜੇ ਦਿਨ ਹੀ ਆਪਾਂ ਇੱਥੇ ਰਹਿਣਾ ਤੇ ਫਿਰ ਆਪਾਂ ਵੀ ਪੰਜਾਬ ਚਲੇ ਜਾਣਾ ਹੈ। ਇਤਿਆਦਿਕ ਚੰਚਲਤਾ ਸਾਥ। ਇਤਿਆਦਿਕ ਕਈ ਬਚਨ ਬੜੀ ਚੰਚਲਤਾਈ ਦੇ ਨਾਲ, ਬੜੀ ਸੋ ਬੱਚਿਆਂ ਵਾਲੀ ਬਿਰਤੀ ਦੇ ਨਾਲ, ਬੜੀ ਚਲਾਕੀ ਦੇ ਨਾਲ, ਫੁਰਤੀ ਦੇ ਨਾਲ ਇਸ ਤਰ੍ਹਾਂ ਮਹਾਰਾਜ ਬਚਨ ਕਰਦੇ ਹਨ। ਜੁਗ ਮਾਤਨ ਸੋ ਭਾਖੈ ਨਾਥ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਦੋਵਾਂ ਮਾਤਾਵਾਂ ਦੇ ਨਾਲ, ਮਾਤਾ ਸਾਹਿਬ ਮਾਤਾ ਗੁਜਰੀ ਜੀ ਔਰ ਮਾਤਾ ਸਾਹਿਬ ਮਾਤਾ ਨਾਨਕੀ ਜੀਆਂ ਦੇ ਨਾਲ ਗੋਬਿੰਦ ਰਾਏ ਜੀ ਇਹ ਬਚਨ ਦੱਸ ਰਹੇ ਨੇ ਵੀ ਅਸੀਂ ਹੁਣ ਛੇਤੀ ਪੰਜਾਬ ਨੂੰ ਚਲੇ ਜਾਣਾ ਹੈ। ਸੋ ਅੱਜ ਆਪਾਂ ਨੂੰ ਸ਼੍ਰੋਮਣੀ ਭਗਤ ਰਵਿਦਾਸ ਜੀਆਂ ਦਾ ਜੋ ਪ੍ਰਕਾਸ਼ ਦਿਹਾੜਾ ਹੈ, ਜਨਮ ਦਿਹਾੜਾ ਹੈ, ਉਹ ਅੱਜ ਆਪਾਂ ਨੂੰ ਪ੍ਰਾਪਤ ਹੋ ਰਿਹਾ। ਭਗਤ ਰਵਿਦਾਸ ਜੀਆਂ ਦੇ ਬਚਨ ਗੁਰਬਾਣੀ ਦੇ ਵਿੱਚ ਉਹਨਾਂ ਦਾ ਕਮਾਇਆ ਹੋਇਆ ਜੀਵਨ ਤੇ ਉਹਨਾਂ ਨੇ ਬਚਨ ਲਿਖੇ ਨੇ। ਕਹਿਣ ਲੱਗੇ ਕਿ ਭਾਈ ਬਚਨ ਸਾਡਾ ਇਹ ਹੈ, ਹਰ ਸੋ ਹੀਰਾ ਛੱਡ ਕੇ। ਪਰਮਾਤਮਾ ਹੀਰੇ ਦੇ ਵਾਂਗ ਅਮੋਲਕ ਹੈ, ਜਿਸ ਨੇ ਉਸ ਨੂੰ ਛੱਡ ਦਿੱਤਾ ਹੈ। ਕਰਹਿ ਆਨ ਕੀ ਆਸ, ਰੱਬ ਨੂੰ ਛੱਡ ਕੇ ਹੋਰਾਂ ਦੀ ਆਸ ਰੱਖ ਲਈ, ਮਨੁੱਖਾਂ ਦੀ, ਰਾਜਿਆਂ ਦੀ, ਮਦਦਗਾਰਾਂ ਦੀ। ਤੇ ਨਰ ਦੋਜਕ ਜਾਹੇਂਗੇ, ਉਹ ਲੋਕ ਫਿਰ ਨਰਕਾਂ ਨੂੰ ਚਲੇ ਜਾਣਗੇ। ਸਤ ਭਾਖੈ ਰਵਿਦਾਸ ਭਗਤ ਜੀ ਕਹਿੰਦੇ ਸਾਡਾ ਬਚਨ ਸੱਚ ਹੈ, ਅਟਲ ਹੈ। ਉਹ ਲੋਕ ਨਰਕਾਂ ਨੂੰ ਜਾਣਗੇ। ਕਿਹੜੇ? ਜਿਹੜੇ ਪ੍ਰਮਾਤਮਾ ਦੀ ਬੰਦਗੀ ਛੱਡ ਕੇ ਸੰਸਾਰ ਦੇ ਪਦਾਰਥਾਂ ਨਾਲ ਮੋਹ ਪਾ ਲੈਣਗੇ। 1375 ਦੇ ਵਿੱਚ ਭਗਤ ਰਵਿਦਾਸ ਜੀਆਂ ਦਾ ਜਨਮ ਜਿਹੜਾ ਨਾ ਕਾਂਸ਼ੀਪੁਰੀ ਦੇ ਨੇੜੇ ਇੱਕ ਨਗਰ ਵਿੱਚ ਹੋਇਆ ਅਤੇ ਸ਼ੁਰੂ ਤੋਂ ਹੀ ਅਕਾਲ ਪੁਰਖ ਦੀ ਬੰਦਗੀ ਵਾਲੇ ਪਾਸੇ, ਸਿਮਰਨ ਵਾਲੇ ਪਾਸੇ ਬਿਰਤੀ ਰਹਿੰਦੀ ਹੈ, ਭਾਵੇਂ ਘਰ ਦੇ ਕੰਮਕਾਰ ਕਰਦੇ। ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ, ਪ੍ਰਗਟ ਹੁਆ ਸਾਧ ਸੰਗ ਹਰ ਦਰਸ਼ਨ ਪਾਇਆ। ਗੁਰੂ ਅਰਜਨ ਸਾਹਿਬ ਜੀਆਂ ਨੇ ਬਚਨ ਲਿਖਿਆ ਕਿ ਰਵਿਦਾਸ ਜੀ ਮਰੇ ਹੋਏ ਪਸ਼ੂਆਂ ਨੂੰ ਢੋਂਦੇ ਨੇ, ਚਮਿਆਰ ਦਾ ਕੰਮ ਕਰਦੇ। ਉਹਨਾਂ ਪਸ਼ੂਆਂ ਦਾ ਚਮੜਾ ਉਤਾਰ ਕੇ ਫਿਰ ਜੁੱਤੀਆਂ ਬਣਾਉਂਦੇ। ਇਸ ਕਿਰਤ ਨੂੰ ਕਰਦੇ ਸਨ। ਰਵਿਦਾਸ ਢਵੰਤਾ ਢੋਰ ਨੀਤ, ਤਿੰਨ ਤਿਆਗੀ ਮਾਇਆ। ਪਰ ਮਾਇਆ ਦਾ ਮੋਹ ਐਸਾ ਛੱਡਿਆ, ਪ੍ਰਗਟ ਹੁਆ ਸਾਧ ਸੰਗ, ਸਾਧੂਆਂ ਦੀ ਸੰਗਤ ਕਰਕੇ ਇੰਨਾ ਪ੍ਰਤਾਪ ਮਿਲਿਆ, ਪ੍ਰਗਟ ਹੋਏ ਵੀ ਰੱਬ ਦੇ ਦਰਸ਼ਨ ਪ੍ਰਾਪਤ ਹੋ ਗਏ। ਕਹਿਣ ਲੱਗੇ ਇੱਕ ਵਾਰੀ ਇੱਕ ਸ਼ਾਹੂਕਾਰ ਆ ਗਿਆ, ਉਹਦੇ ਕੋਲ ਇੱਕ ਪਾਰਸ ਦਾ ਪੱਥਰ ਹੈ। ਇੱਕ ਪੱਥਰ ਹੁੰਦਾ, ਉਸ ਨੂੰ ਪਾਰਸ ਆਖਿਆ ਜਾਂਦਾ। ਪਾਰਸ ਦਾ ਪੱਥਰ ਨਾਲ ਲੈ ਕੇ ਆਇਆ ਵੀ ਭਗਤ ਰਵਿਦਾਸ ਜੀਆਂ ਦੇ ਕੋਲ ਬੜੀ ਗਰੀਬੀ ਹੈ, ਮੈਂ ਪੱਥਰ ਦੇ ਦੇਵਾਂਗਾ, ਪੱਥਰ ਤੋਂ ਸੋਨਾ ਬਣਾ ਕੇ ਆਪਣੀ ਗਰੀਬੀ ਖਤਮ ਕਰ ਲੈਣਗੇ। ਤੇ ਸ਼ਾਹੂਕਾਰ ਨੇ ਜਦੋਂ ਪੱਥਰ ਲੈ ਕੇ ਆਏ ਨਾ ਪਾਰਸ, ਤੇ ਭਗਤ ਰਵਿਦਾਸ ਜੀ ਉਸ ਵੇਲੇ ਜੁੱਤੀਆਂ ਗੰਢਦੇ ਪਏ। ਤੇ ਸ਼ਾਹੂਕਾਰ ਨੇ ਆ ਕੇ ਆਖਿਆ, ਕਹਿਣ ਲੱਗੇ ਜੀ ਮੇਰੇ ਕੋਲ ਇੱਕ ਪਾਰਸ ਦਾ ਪੱਥਰ ਹੈ, ਮੈਂ ਅੱਗੇ ਯਾਤਰਾ 'ਤੇ ਚੱਲਿਆ, ਮੇਰਾ ਪੱਥਰ ਕੋਈ ਖੋਹ ਨਾ ਲਵੇ ਜਾਂ ਮੇਰੇ ਕੋਲ ਡਿੱਗ ਨਾ ਪਵੇ, ਮੈਂ ਤੁਹਾਡੇ ਕੋਲ ਸਾਂਭ ਕੇ ਚੱਲਿਆ, ਤੁਸੀਂ ਮੇਰਾ ਪੱਥਰ ਰੱਖ ਲਓ, ਜਦੋਂ ਮੈਂ ਅੱਗੋਂ ਯਾਤਰਾ ਕਰਕੇ ਮੁੜਾਂਗਾ ਤੁਹਾਡੇ ਕੋਲੋਂ ਲੈ ਲਵਾਂਗਾ। ਇਹ ਪਾਰਸ ਹੈ, ਬੜਾ ਮਹਿੰਗਾ ਹੈ, ਜਿਹੜਾ ਲੋਹੇ ਨੂੰ ਸੋਨਾ ਕਰ ਦਿੰਦਾ, ਤਾਂਬੇ ਨੂੰ, ਪਿੱਤਲ ਨੂੰ ਸੋਨਾ ਬਣਾ ਦਿੰਦਾ। ਭਗਤ ਰਵਿਦਾਸ ਜੀਆਂ ਨੂੰ ਉਸ ਵੇਲੇ ਬਚਨ ਕੀਤਾ, ਕਹਿਣ ਲੱਗੇ ਅਸੀਂ ਤੇ ਜੁੱਤੀ ਗੰਢਦੇ ਪਏ ਹਾਂ, ਤੁਸੀਂ ਇਸ ਤਰ੍ਹਾਂ ਕਰੋ ਵੀ ਆਹ ਮੇਰਾ ਛੱਪਰ ਹੈ, ਕੱਖਾਂ ਦੀ ਛੰਨ ਬਣੀ ਹੈ, ਝੁੱਗੀ ਬਣੀ ਹੈ, ਤੁਸੀਂ ਇਹਦੇ ਵਿੱਚ ਇਹਨੂੰ ਰੱਖ ਦਿਓ ਕੱਪੜੇ ਵਿੱਚ ਲਪੇਟ ਕੇ, ਤੇ ਜਦੋਂ ਵਾਪਸ ਆਓਗੇ ਤੇ ਫਿਰ ਤੁਸੀਂ ਲੈ ਜਾਇਓ। ਸ਼ਾਹੂਕਾਰ ਨੇ ਕੱਪੜੇ ਦੇ ਵਿੱਚ ਲਪੇਟ ਕੇ ਉਹ ਜਿਹੜਾ ਪੱਥਰ ਸੀ ਨਾ ਝੁੱਗੀ ਦੇ ਇੱਕ ਕੋਨੇ ਦੇ ਵਿੱਚ, ਉੱਪਰ ਛੱਤ ਦੇ ਵਿੱਚ, ਕੱਖਾਂ ਦੇ ਵਿੱਚ ਉਸ ਨੂੰ ਟੰਗ ਦਿੱਤਾ। ਆਪ ਅੱਗੇ ਚਲੇ ਗਏ। ਜਦੋਂ ਅੱਗੋਂ ਯਾਤਰਾ ਕਰਕੇ ਕੁਝ ਮਹੀਨਿਆਂ ਬਾਅਦ ਸ਼ਾਹੂਕਾਰ ਵਾਪਸ ਮੁੜਿਆ ਤੇ ਮਨ ਵਿੱਚ ਸੋਚਦਾ ਵੀ ਭਗਤ ਰਵਿਦਾਸ ਜੀ
उस पारस दे पत्थर दे नाल सोना बना बना के बड़े अमीर हो गए होणगे, बड़े धनाड़ हो गए होणगे। चलो उन्होंने मिल के चलीए, नाले अपना पारस वापस लै चलीए। तो जदों शाहूकार वापस आया तो भगत रविदास जी उस तरह ही बैठे, जुत्ती गणदे पे, उही छन छप्पर है, उस तरह की बिल्कुल हालत है। बड़ा हैरान होया, दुनिया के लोग पैसे पैसे बदले भजे फिरदे ने, धन वास्ते दौड़े फिरदे। मैं तो धन का खियाना दे के चलिया, ने कुछ नहीं किया। आके पुछया, कहन लगे रविदास जी तुहानू मैं पारस का एक पत्थर दे के गया सी, मैं लैन आया, वो कित्थे है? तो जुत्तियां गणदियां ने फिर आख्या, कहन लगे जिथे रख के गए होवोगे उत्थे ही होना, मैं तो वेख्या तक नहीं भी वो कित्थे है, मैं नहीं खोल के वेख्या कपड़े चों। जदों शाहूकार छन दे छप्पर दे विच वड़िया, जिथे आप टंग के रख के गया सी उत्थे ही पिया होया कपड़े दे विच। सतगुरु पातशाह कहन लगे, रविदास ढवंता ढोर नीत तिन त्यागी माया। असीं आखदे मैं माया नाल मोह नहीं करदा, तां कहिंदे भी साडे हत्थ विच नहीं आउंदी है, तां असीं आखदे मोह नहीं करदा, पर अंदरों असीं जुड़े होए हां। पर भगत रविदास वर्गे अंदरों माया तो निर्लेप ने, कोल आ गई है माया पारस दे रूप दे विच, पर नहीं चाहिदी, अंदरों बिरती टुट गई है, परमेश्वर नाल जुड़ गई है। हक की कमाई करदे। एक वाले कहन लगे, एक पंडित आ गया भगत रविदास जियां नूं, कहन लगा मैं गंगा दे दर्शन करन चलिया, कि तुसीं भी जाना चाहुंदे हो? क्योंकि उस वेले भगत जी की काफ़ी पूजा ते काफ़ी नाम है। तो भगत रविदास जियां ने आख्या, कहन लगे मैं तो नहीं जा सकता, पर मेरे को एक टका है, एक आना है, ये तू लै जा। तो ये गंगा मैया नूं उदों देना जदों गंगा तेरे कोलों मंगेगी, हथ कढ़ के तां देई, जे ना मंगेगी फिर ना देई। तो आ टका मेरे कोलों लै जा। हुण पंडित ने टका तो फड़ लिया, मन में हसदा है, कहन लगा वेख किहो जिहा गरीब है, एक नीवीं जात विच पैदा होया, गरीबी है, इहदा टका गंगा दे कोल ते वाधू माया, टके दा उन्हें की करना है। टका जेब विच पाया तो पंडित चला गया गंगा ते इशनान करन, हरद्वार पहुँच गया। जदों इशनान किया तो मन में सोचदा है भी भगत ने आख्या सी गंगा मंगेगी तो तां देना। जदों फुरना ही किया तो इन्ने चिर नूं कहिंदे गंगा ने पानी विचों हथ बाहर कढ़िया तो आवाज़ दे के आख्या, कहन लगी पंडित जी साडे पुत्र ने, बच्चे ने साडे वास्ते कोई भेटा भेजी है, जो भेजी है सानू दे दिओ। पंडित बड़ा हैरान होया भी मैं उच्ची कुल दे विच जन्मिया, इन्ने वेद शास्त्र पढ़े, मैनू तो कदे गंगा ने आवाज़ नहीं मारी है। जिन्हें कदे वेद शास्त्र वेखिया ही नहीं है, उहदी एक टके नूं ये मंगदी पई है। टका जिहड़ा भगत जी ने दिता सी गंगा नूं दे दिता। तो गंगा ने अपने कोलों एक बड़ा सोहना कंगण दिता, कड़ा दिता, एक बड़ा सोहना हीरियां दा जड़िया होया, तो बड़ा ही नवेकला, उहदे वर्गा दूजा कड़ा कोई नहीं है। गंगा ने कड़ा दिता पंडित नूं, कहन लगी भी आ साडे भगत नूं रविदास जियां नूं जाके साडे वल्लों भेंट दे दिओ, असीं उहदी भेटा मंजूर कर लई है, हुण ये साडी भेटा उन्हां नूं जाके दे दिओ। तो जदों पंडित कड़ा लैके तुरिया ना, तो मन में सोचदा भी इन्ना महंगा कड़ा रविदास भगत ने की करना, उन्हें तो जुत्तियां ही गंढनियां ने, तो मैं कड़े नूं खराब करेगा, मैं की करां, ये कड़ा मैं राजे नूं दे दिंदा, राजा मैनूं इनाम देवेगा, नाले मेरे ते खुश होवेगा भी बड़ा चंगा पंडित है, इन्ना कीमती कड़ा लिया के मैनूं दिता है। मन में ये गल सोच के वो एक कड़ा जिहड़ा सी राजे नूं भेंट कीता। कहन लगा जी तुहाडे वास्ते तोहफा लैके आया। राजे ने वो कड़ा लैके अपनी राणी नूं दे दिता। राणी नूं जदों कड़ा सोहना लगा तो राणी राजे नूं कहिंदी भी जिन्हें ये कड़ा लैके आंदा उहनूं कहो भी इहदे नाल दा घोर लैके आवे, जोड़ी रल जावे। हुण राजे ने हुक्म चाढ़िया, कहन लगा भी पंडिता जिथों एक लिआंदा ना दूजा भी उत्थों लैके आ, तां जोड़ी रलेगी। हुण पंडित दी इन्नी पहुँच थोड़ी है भी वो गंगा दे कोलों दूजा कड़ा मंग लवे। जदों वेखिया भी हुण जान कड़िक्की 'च फस गई है, हुण मेरा बचाव कोई नहीं कर सकदा। फिर जाके भगत रविदास नूं दस्सिया, कहन लगा जी तुसीं टका दिता सी, वो तुहाडा वाकिया ही गंगा ने लै लिया सी, पर गंगा ने एक कड़ा दिता सी, मैं तुहानूं नहीं दिता, मैं चलाकी कीती भी राजा मेरे ते खुश होवे, मैं वो कड़ा राजे नूं दे बैठा तो राजा कहंदा भी इहदे नाल दा घोर लै के आ। हुण मैं तो लिया नहीं सकदा, जे मैं नहीं लैके जांदा तो राजा मैनूं फाहे लाएगा जां मारेगा, इस करके मेरे ते किरपा करो, मेरी जान बचाओ। जान तां बचनी इहदे नाल दा कड़ा घोर चाहीदा।
ਜਦੋਂ ਭਗਤ ਜੀਆਂ ਦੇ ਦਰਵਾਜ਼ੇ ਤੇ ਬੈਠ ਗਿਆ ਨਾ, ਮਿੰਨਤਾਂ ਹੀ ਕਰਨ ਲੱਗ ਪਿਆ ਵੀ ਜਾਨ ਬਚਾਓ ਮੇਰੀ। ਤੇ ਭਗਤ ਜੀ ਉਸ ਵੇਲੇ ਜੋੜਾ ਗੰਢਦੇ ਪਏ, ਮਨ ਵਿੱਚ ਦਇਆ ਆ ਗਈ ਵੀ ਇਹਦੀ ਜਾਨ ਚਲੇ ਜਾਏਗੀ, ਕੀਤੀ ਤੇ ਚਲਾਕੀ ਹੈ ਪਰ ਇਹਦੀ ਜਾਨ ਬਚਾਉਣੀ ਚਾਹੀਦੀ ਹੈ। ਜੁੱਤੀਆਂ ਗੰਢਦਿਆਂ ਗੰਢਦਿਆਂ ਆਖਿਆ, ਕਹਿਣ ਲੱਗੇ ਪੰਡਤ ਜੀ ਉਹ ਸਾਹਮਣੇ ਇੱਕ ਭਾਂਡਾ ਪਾਣੀ ਦਾ ਭਰਿਆ ਪਿਆ, ਉਹਦੇ ਵਿੱਚ ਅਸੀਂ ਚੰਮ ਡਬੋਦੇ ਹਾਂ ਤਾਂ ਕਿ ਚੰਮ ਨਰਮ ਹੋ ਜਾਵੇ ਤੇ ਜੁੱਤੀ ਗੰਢਣੀ ਸੌਖੀ ਹੋ ਜਾਵੇ। ਤੇ ਧਿਆਨ ਨਾਲ ਉਸ ਭਰੇ ਹੋਏ ਭਾਂਡੇ ਨੂੰ, ਪਾਣੀ ਨੂੰ ਜਿਹਦੇ ਵਿੱਚ ਅਸੀਂ ਚਮੜਾ ਭਿਉਂਦੇ ਹਾਂ, ਉਹਨੂੰ ਵੇਖੋ। ਜਦੋਂ ਪੰਡਤ ਨੇ ਧਿਆਨ ਨਾਲ ਵੇਖਿਆ ਤੇ ਕਹਿਣ ਲੱਗੇ ਗੰਗਾ ਦਾ ਪਾਣੀ ਉਸ ਨੂੰ ਉਸ ਭਾਂਡੇ ਵਿੱਚ ਵਗਦਾ ਦਿਖਾਈ ਦਿੱਤਾ। ਤੇ ਜਦੋਂ ਹੋਰ ਧਿਆਨ ਨਾਲ ਵੇਖਿਆ ਤੇ ਉਹ ਭਾਂਡਾ ਕੜਿਆਂ ਦਾ ਭਰਿਆ ਹੋਇਆ, ਜਿਵੇਂ ਦਾ ਕੜਾ ਗੰਗਾ ਨੇ ਦਿੱਤਾ ਸੀ ਨਾ ਵੀ ਆਹ ਲੈ ਜਾ, ਉਹਦੇ ਨਾਲ ਦੇ ਕੜਿਆਂ ਦਾ ਉਹ ਭਾਂਡਾ ਭਰਿਆ ਹੋਇਆ। ਹੈਰਾਨ ਹੋ ਗਿਆ। ਇੱਕ ਵਾਰੀ ਆਖੀਏ ਸਤਨਾਮ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਕਹਿਣ ਲੱਗੇ ਪੰਡਤ ਜੀ ਇੱਕ ਹੀ ਚੁੱਕੇ ਹੋ ਤੁਸੀਂ, ਇੱਕ ਦੀ ਤਮੰਨਾ ਕੀਤੀ, ਹੁਣ ਭਾਂਡਾ ਹੀ ਨਾ ਸਾਰਾ ਜੇਬ 'ਚ ਪਾ ਕੇ ਤੁਰਦੇ ਬਣਿਓ। ਇੱਕ ਚੁੱਕ ਲਓ, ਰਾਜੇ ਨੂੰ ਜਾ ਕੇ ਦੇ ਦਿਓ, ਜੋੜੀ ਰਲ ਜਾਏਗੀ, ਤੁਹਾਡੀ ਜਾਨ ਬਚ ਜਾਏਗੀ। ਐਸਾ ਜੀਵਨ ਹੈ ਭਗਤ ਰਵਿਦਾਸ ਜੀਆਂ ਦੇ, ਜਿਹਦੀ ਭੇਟ ਗੰਗਾ ਮੰਗ ਕੇ ਲੈਂਦੀ ਹੈ, ਜਿਹਦੇ ਜੁੱਤੀ ਗੰਢਣ ਵਾਲੇ ਭਾਂਡੇ ਵਿੱਚ ਆਪ ਆ ਕੇ ਪ੍ਰਵਾਹ ਆਪਣਾ ਚਲਾਉਂਦੀ ਪਈ ਹੈ। ਐਸਾ ਭਗਤ ਦੁਨੀਆ ਤੇ 1375 ਜੋ ਬਿਕਰਮੀ ਸੰਮਤ ਹੈ, ਉਸ ਵੇਲੇ ਉਹਨਾਂ ਦਾ ਅਵਤਾਰ ਹੋਇਆ ਕਾਸ਼ੀ ਦੀ ਧਰਤੀ ਤੇ। ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ 40 ਸ਼ਬਦ ਭਗਤ ਰਵਿਦਾਸ ਜੀਆਂ ਦੇ ਦਰਜ ਹੋਏ ਨੇ। 40 ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ 16 ਰਾਗਾਂ ਦੇ ਵਿੱਚ ਉਹਨਾਂ ਨੇ ਅੰਕਿਤ ਕੀਤੇ ਨੇ। 16 ਰਾਗਾਂ ਦੇ ਵਿੱਚ ਬਚਨ ਭਗਤ ਰਵਿਦਾਸ ਜੀਆਂ ਦੇ ਦਰਜ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਅਤੇ ਇਸੇ ਤਰ੍ਹਾਂ 1491 ਨੂੰ ਸੰਸਾਰ ਦੀ ਯਾਤਰਾ ਉਹਨਾਂ ਨੇ ਮੁਕੰਮਲ ਕੀਤੀ ਹੈ। 115 ਸਾਲ ਦੀ ਉਮਰ ਵਿਦਵਾਨਾਂ ਨੇ ਲਿਖੀ ਹੈ ਵੀ ਇੰਨੀ ਲੰਮੀ ਉਮਰ ਭਗਤ ਰਵਿਦਾਸ ਜੀਆਂ ਦੀ 115-16 ਸਾਲ ਦੀ ਉਮਰ ਉਹਨਾਂ ਨੇ ਮਾਣੀ ਹੈ ਅਤੇ ਫਿਰ ਆਪਣੇ 5 ਭੌਤਿਕ ਸਰੀਰ ਨੂੰ ਤਿਆਗਿਆ। ਐਸੇ ਮਹਾਂਪੁਰਖ ਨੇ, ਐਸਾ ਉਹਨਾਂ ਦਾ ਜੀਵਨ ਹੈ ਕਿ ਉਹਨਾਂ ਨੇ ਕਿਰਤ ਵਿਰਤ ਧਰਮ ਦੀ ਕਰਦਿਆਂ ਹੋਇਆਂ ਰੱਬ ਦੇ ਨਾਮ ਨੂੰ ਜਪਿਆ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਰਖ ਦੇ ਵਿੱਚ ਇਹੋ ਜਿਹਾ ਪੂਰੇ ਉਤਰੇ ਕਿ 40 ਸ਼ਬਦ ਭਗਤ ਰਵਿਦਾਸ ਜੀਆਂ ਦੇ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੇ, ਲਿਖੇ। ਅੱਜ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਉਹਦੇ ਨਾਲ ਨਾਲ ਅਸੀਂ ਭਗਤ ਰਵਿਦਾਸ ਜੀਆਂ ਦੀ ਬੰਦਗੀ ਨੂੰ, ਉਹਨਾਂ ਦੇ ਜੀਵਨ ਨੂੰ, ਉਹਨਾਂ ਦੀ ਕਮਾਈ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ। ਐਸਾ ਜੀਵਨ ਹੈ ਭਗਤ ਰਵਿਦਾਸ ਜੀ ਦਾ, ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਥਾਵਾਂ ਥਾਵਾਂ 'ਤੇ ਸੰਗਤਾਂ ਮਨਾ ਰਹੀਆਂ। ਆਪ ਸੰਗਤਾਂ ਨੂੰ ਭਗਤ ਜੀਆਂ ਦੇ ਆਗਮਨ ਪੁਰਬ ਦੀਆਂ, ਪ੍ਰਕਾਸ਼ ਦਿਹਾੜੇ ਦੀਆਂ, ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਸਤਿਗੁਰੂ ਰਹਿਮਤ ਕਰੇ ਸਾਡਾ ਜੀਵਨ ਵੀ ਐਸੇ ਭਗਤਾਂ ਵਰਗਾ ਬਣ ਜਾਵੇ। ਹਰ ਯੁੱਗ ਯੁੱਗ ਭਗਤੀ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਉਹ ਪ੍ਰਮਾਤਮਾ ਆਪਣੇ ਭਗਤਾਂ ਦੀ ਇੱਜ਼ਤ ਹਰ ਸਮੇਂ ਰੱਖਦਾ ਆਇਆ, ਹਰ ਯੁੱਗ ਵਿੱਚ ਰੱਖਦਾ ਆਇਆ। ਐਸਾ ਉਹ ਪ੍ਰਮਾਤਮਾ ਆਪਣੇ ਭਗਤਾਂ ਨੂੰ ਪਿਆਰ ਕਰਦਾ। ਜੋ ਹਮ ਬਾਂਧੇ ਮੋਹ ਫਾਂਸ, ਪ੍ਰੇਮ ਬੰਧਨ ਤੁਮ ਬਾਧੇ। ਇਹ ਬਚਨ ਉਹਨਾਂ ਨੇ ਗੁਰਬਾਣੀ ਵਿੱਚ ਲਿਖ ਛੱਡੇ। ਕਹਿਣ ਲੱਗੇ ਪ੍ਰਮਾਤਮਾ ਤੂੰ ਸਾਨੂੰ ਆਖਦਾ ਵੀ ਅਸੀਂ ਮੋਹ ਦੇ ਵਿੱਚ ਬੱਧੇ ਹੋਏ ਹਾਂ। ਠੀਕ ਹੈ, ਅਸੀਂ ਇਹ ਗੱਲ ਮੰਨਦੇ ਵੀ ਅਸੀਂ ਮੋਹ ਦੇ ਵਿੱਚ ਬੱਧੇ ਹਾਂ, ਪਰ ਆਜ਼ਾਦੀ ਤੈਨੂੰ ਵੀ ਨਹੀਂ ਮਿਲੀ ਹੈ। ਤੂੰ ਵੀ ਸਾਡੇ ਪ੍ਰੇਮ ਦੇ ਬੰਧਨ ਵਿੱਚ ਬੱਧਾ ਹੋਇਆ, ਤੈਨੂੰ ਵੀ ਪ੍ਰੇਮ ਦੇ ਵਿੱਚ ਅਸੀਂ ਬੱਧਾ ਹੋਇਆ। ਪਰ ਇਹਦੇ ਵਿੱਚ ਸਾਨੂੰ ਇੱਕ ਮੌਜ ਹੋਰ ਵੀ ਹੈ। ਅਸੀਂ ਮੋਹ ਦੇ ਬੰਧਨ ਵਿੱਚ ਬੱਧੇ ਹੋਏ ਤੈਨੂੰ ਯਾਦ ਕਰਾਂਗੇ, ਤੂੰ ਸਾਨੂੰ ਮੋਹ ਦੇ ਬੰਧਨ ਵਿੱਚੋਂ ਮੁਕਤ ਕਰੇਂਗਾ। ਪਰ ਜਿਹੜੇ ਪ੍ਰੇਮ ਦੇ ਬੰਧਨ ਦੇ ਨਾਲ ਅਸੀਂ ਤੈਨੂੰ ਬੱਧਾ ਨਾ, ਤੂੰ ਉਸ ਪ੍ਰੇਮ ਦੇ ਬੰਧਨ ਵਿੱਚੋਂ ਛੁੱਟ ਨਹੀਂ ਸਕਦਾ। ਸਾਡੇ ਛੁੱਟਣ ਦੀ ਆਸ ਹੈ ਵੀ ਤੇਰਾ ਨਾਮ ਜਪ ਕੇ ਛੁੱਟ ਜਾਵਾਂਗੇ, ਪਰ ਤੂੰ ਸਾਡੇ ਤੋਂ ਨਹੀਂ ਛੁੱਟ ਸਕਦਾ। ਐਸਾ ਪ੍ਰੇਮ ਭਗਤਾਂ ਦਾ ਪ੍ਰਮਾਤਮਾ ਦੇ ਨਾਲ ਹੈ। ਸਤਿਗੁਰੂ ਰਹਿਮਤ ਕਰੇ ਸਾਡਾ ਜੀਵਨ ਐਸੇ ਭਗਤਾਂ ਤੋਂ ਪ੍ਰੇਰਿਤ ਹੋ ਕੇ ਗੁਰਬਾਣੀ ਵਾਲੇ ਪਾਸੇ, ਸਿਮਰਨ ਵਾਲੇ ਪਾਸੇ